ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 1365 ਤੇ 18 ਨੰਬਰ ਤੋਂ ਬਾਅਦ ਹੈ। ਕਬੀਰ ਮਾਇਆ ਡੋਲਣੀ, ਪਵਨ ਵਹਿ ਹਿਵ ਧਾਰ, ਜਿਨ ਬਲੋਇਆ ਤਿਨ ਖਾਇਆ, ਅਵਰ ਬਲੋਵਨ ਹਾਰ। ਮਾਇਆ ਤੋਂ ਭਾਵ ਤੇ ਸਰੀਰ ਹੈ, ਡੋਲਣੀ ਤੋਂ ਭਾਵ ਚਾਟੀ ਹੈ ਜਿਸ 'ਚ ਆਪਾਂ ਦੁੱਧ ਰਿੜਕਦੇ ਹਾਂ। ਪਵਨ ਸੁਆਸ ਨੇ, ਵਹਿ ਹੁੰਦਾ ਵਗਣਾ, ਹਿਵ ਧਾਰ ਠੰਡੇ ਪਾਣੀ ਦੀ ਧਾਰਾ। ਸਰੀਰ ਚਾਟੀ ਦੀ ਨਿਆਈ ਹੈ, ਇਸ 'ਚ ਜਿਹੜੇ ਸਵਾਸ ਨੇ ਉਸ ਤਰ੍ਹਾਂ ਜਿਵੇਂ ਠੰਡੇ ਪਾਣੀ ਦੀ ਧਾਰਾ ਹੁੰਦੀ ਹੈ। ਜਿਵੇਂ ਗਰਮੀਆਂ ਦਾ ਮੌਸਮ ਆਪਾਂ ਠੰਡਾ ਪਾਣੀ ਪੀ ਲਏ ਮਨ ਸ਼ਾਂਤ ਹੋ ਜਾਂਦਾ, ਇਸ ਤਰ੍ਹਾਂ ਜਿਹੜੇ ਸਿਮਰਨ ਕਰਦੇ ਨੇ ਉਹਨਾਂ ਦੇ ਮਨ ਸ਼ਾਂਤ ਹੁੰਦੇ ਨੇ। ਐਂ ਸਮਝੋ ਜਿਵੇਂ ਉਹਨਾਂ ਦੇ ਅੰਦਰ ਠੰਡੇ ਪਾਣੀ ਦੀ ਧਾਰਾ ਚੱਲ ਰਹੀ ਹੁੰਦੀ। ਹੁਣ ਚਾਟੀ 'ਚ ਦਹੀਂ ਹੈ, ਜਿਨ ਬਲੋਇਆ ਤਿਨ ਖਾਇਆ। ਜਿਹੜੇ ਦਹੀਂ ਰਿੜਕਣਗੇ ਉਹੀ ਮੱਖਣ ਖਾਣਗੇ ਨਾ। ਜਿਨ ਬਲੋਇਆ, ਜਿਸ ਨੇ ਦਹੀਂ ਰਿੜਕਿਆ, ਤਿਨ ਖਾਇਆ, ਉਸਨੇ ਮੱਖਣ ਖਾਧਾ। ਅਵਰ ਬਿਲੋਵਨ ਹਾਰ, ਬਾਕੀ ਦੇ ਮਧਾਣੀਆਂ ਰਹਿ ਗਏ। ਮਧਾਣੀ ਚਾਟੀ ਦੇ ਵਿੱਚ ਹੈ, ਪਰ ਮਧਾਣੀ ਨੂੰ ਕੋਈ ਫੇਰ ਹੀ ਨਹੀਂ ਰਿਹਾ, ਤਾਂ ਮੱਖਣ ਕਿਵੇਂ ਤਿਆਰ ਹੋਏਗਾ? ਮਨੁੱਖ ਦੇ ਅੰਦਰ ਨਾਮ ਹੈ, ਇਹ ਜਪਦਾ ਹੀ ਨਹੀਂ ਹੈ, ਫਿਰ ਪਰਮਾਤਮਾ ਕਿਵੇਂ ਪ੍ਰਗਟ ਹੋਵੇਗਾ? ਮੇਰੇ ਕੋਲ ਚਾਟੀ ਵੀ ਹੋਵੇ, ਚਾਟੀ ਵਿੱਚ ਦਹੀਂ ਵੀ ਹੋਵੇ, ਦਹੀਂ ਦੇ ਵਿੱਚ ਮਧਾਣੀ ਵੀ ਹੋਵੇ, ਪਰ ਜੇ ਮੈਂ ਰਿੜਕਾਂਗਾ ਹੀ ਨਹੀਂ ਤਾਂ ਮੱਖਣ ਕਿਵੇਂ ਪ੍ਰਾਪਤ ਹੋਏਗਾ? ਇਸ ਤਰ੍ਹਾਂ ਸਰੀਰ ਚਾਟੀ ਦੀ ਨਿਆਈ ਹੈ, ਦਹੀਂ ਇਸ ਦੇ ਵਿੱਚ ਨਾਮ ਹੈ। ਅਸੀਂ ਉਹ ਨਾਮ ਰਿੜਕਣਾ ਹੈ, ਭਾਵ ਨਾਮ ਜਪਣਾ ਹੈ। ਜਦੋਂ ਨਾਮ ਜਪਾਂਗੇ ਤਾਂ ਹੀ ਪਰਮਾਤਮਾ ਦੀ ਪ੍ਰਾਪਤੀ ਹੋਏਗੀ ਨਾ। ਮਨੁੱਖ ਨਾਮ ਨਹੀਂ ਜਪਦਾ, ਇਸ ਲਈ ਕੁਝ ਪ੍ਰਾਪਤ ਨਹੀਂ ਕਰਦਾ। ਜਿਹੜੇ ਨਾਮ ਜਪਦੇ ਨੇ ਉਹ ਸਭ ਕੁਝ ਪ੍ਰਾਪਤ ਕਰ ਲੈਂਦੇ ਨੇ, ਕਿਉਂਕਿ ਨਾਮ ਦੇ ਸੰਸਾਰ ਦੀ ਹਰ ਇੱਕ ਚੀਜ਼ ਹੈ। ਜਿਹੜੇ ਲੋਕ ਨਾਮ ਜਪਦੇ ਨੇ ਅਤੇ ਉੱਚੀ ਅਵਸਥਾ ਚਲੇ ਗਏ ਨੇ, ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ, ਕਿਉਂ ਪਰਮਾਤਮਾ ਦੇ ਪਿਆਰੇ ਹੁੰਦੇ ਨੇ ਅਤੇ ਪਰਮਾਤਮਾ ਦਾਤਾ ਹੈ। ਹਰ ਪ੍ਰਕਾਰ ਦੀ ਦਾਤ ਪਰਮਾਤਮਾ ਕੋਲ ਹੈ, ਫਿਰ ਉਹ ਆਪਣੇ ਪਿਆਰੇ ਨੂੰ ਦਾਤਾਂ ਦਿੰਦਾ ਰਹਿੰਦਾ ਹੈ। ਇਸ ਲਈ ਨਾਮ ਜਪਣ ਵਾਲੇ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ। ਇਸ ਲਈ ਭਾਈ ਨਾਮ ਜਪਣਾ ਚਾਹੀਦਾ ਹੈ। ਇਹ ਨਾ ਹੋਵੇ ਕਿ ਤੁਸੀਂ ਨਿਰੀਆਂ ਮਧਾਣੀਆਂ ਰਹਿ ਜਾਈਏ। ਅੱਗੇ ਕਹਿੰਦੇ, ਕਬੀਰ ਮਾਇਆ ਚੋਰਟੀ, ਮੁਸ ਮੁਸ ਲਾਵੈ ਹਾਟ। ਏਕ ਕਬੀਰਾ ਨਾ ਮੁਸੈ, ਜਿਨ ਕੀਨੀ ਬਾਰਹਿ ਬਾਟ। ਬਾਰਹਿ ਇਹ ਪੜ੍ਹਨਾ, ਇਹਨੂੰ ਬਾਰਹਿ ਨਹੀਂ ਪੜ੍ਹਨਾ। ਇਹ ਹਿੰਦੀ ਦਾ ਸ਼ਬਦ ਹੈ। 11, 12, 13, 14, 15, 16, 17, 18 ਇਹ ਹਿੰਦੀ ਦੀ ਗਿਣਤੀ ਹੈ। ਜੇ ਆਪਾਂ ਇਹਨੇ 18 10 20, 18 10 20 ਨਹੀਂ, 18 10 20, 12 ਜਿਹਨੂੰ 12 ਕਹਿੰਦੇ ਨੇ। ਕਬੀਰ ਮਾਇਆ ਚੋਰਟੀ, ਮਾਇਆ ਚੋਰਨੀ ਹੈ, ਠੱਗਣੀ ਹੈ। ਮਾਇਆ ਵੱਡਿਆਂ ਵੱਡਿਆਂ ਨੂੰ ਠੱਗ ਲੈਂਦੀ ਹੈ।
ਮਾਇਆ ਦੇ ਅਨੇਕਾਂ ਰੂਪ ਨੇ। ਆਮ ਲੋਕਾਂ ਨੂੰ ਤਾਂ ਆ ਜਿਹੜਾ ਰੁਪਇਆ ਪੈਸਾ ਹੈ, ਇਹੀ ਮਾਇਆ ਦਿਸਦੀ ਹੈ, ਇਹੀ ਮਾਇਆ ਦਿਸਦੀ ਹੈ। ਮਾਇਆ ਦੇ ਅਨੇਕਾਂ ਹੀ ਰੂਪ ਨੇ। ਖਾਸ ਕਰਕੇ ਜਦੋਂ ਤੁਸੀਂ ਭਜਨ ਬੰਦਗੀ ਵਾਲੇ ਪਾਸੇ ਲੱਗਦੇ ਹੋ ਤਾਂ ਮਾਇਆ ਆਪਣਾ ਪੂਰਾ ਜ਼ੋਰ ਲਾਉਂਦੀ ਹੈ ਕਿ ਇਹ ਕਾਮਯਾਬ ਨਾ ਹੋਵੇ। ਤੁਸੀਂ ਲੱਗੇ ਬਾਣੀ ਪੜ੍ਹਨ, ਮਾਇਆ ਕੀ ਕਰੇਗੀ? ਤੁਹਾਨੂੰ ਨੀਂਦ ਲਿਆ ਦੇਗੀ, ਸੁਸਤ ਕਰ ਦੇਗੀ, ਉਬਾਸੀਆਂ ਲੈਣ ਲੱਗ ਜਾਓਗੇ। ਹਾਂ ਆਉਂਦੀ ਸ਼ਿਕਾਇਤ ਹੈ, ਬਾਬਾ ਜੀ ਜਦੋਂ ਅਸੀਂ ਭਜਨ ਬੰਦਗੀ ਕਰਦੇ ਹਾਂ ਭਾਂਤ ਭਾਂਤ ਦੇ ਖਿਆਲ ਆਉਂਦੇ ਨੇ, ਨੀਂਦ ਆਉਂਦੀ ਹੈ, ਉਬਾਸੀਆਂ ਆਉਂਦੀਆਂ ਨੇ। ਇਹ ਮਾਇਆ ਦਾ ਪ੍ਰਭਾਵ ਹੈ, ਕਿਉਂਕਿ ਜੇ ਸਾਡੀ ਕਮਾਈ ਥੋੜ੍ਹੀ ਹੈ, ਅਸੀਂ ਇਸ ਪਾਸੇ ਲੱਗੇ ਸੀ ਅਤੇ ਮਾਇਆ ਨੇ ਕਿਹਾ ਕੋਈ ਨਹੀਂ, ਮੈਂ ਤੁਹਾਨੂੰ ਕਾਮਯਾਬ ਨਹੀਂ ਹੋਣ ਦਿੰਦੀ। ਮਾਇਆ। ਰਿਸ਼ੀ ਮੁਨੀ ਬਾਹਰ ਤਪੱਸਿਆ ਕਰਦੇ ਨੇ। ਹਿੰਦੂ ਧਰਮ ਅਨੁਸਾਰ ਹਜ਼ਾਰਾਂ ਸਾਲ ਕਿਸੇ ਰਿਸ਼ੀ ਮੁਨੀ ਨੇ ਤਪੱਸਿਆ ਕੀਤੀ। ਇੰਦਰ ਦਾ ਤਖਤ ਡੋਲਣ ਲੱਗ ਗਿਆ ਵੀ ਇਹ ਰਿਸ਼ੀ ਮੇਰੇ ਤੋਂ ਸਵਰਗ ਦਾ ਰਾਜ ਖੋਹੇਗਾ। ਉਹਨੇ ਅਪਸਰਾਵਾਂ ਭੇਜਦੀਆਂ, ਬਹੁਤ ਸੁੰਦਰ ਔਰਤਾਂ, ਵੀ ਜੋ ਵੀ ਰਿਸ਼ੀ ਦਾ ਸੱਤ ਭੰਗ ਕਰ ਦਿਓ, ਇਹਨੂੰ ਚਰਿੱਤਰਹੀਣ ਕਰ ਦਿਓ। ਉਹਨਾਂ ਨੇ ਆਪਣੇ ਹਾਵ ਭਾਵ ਅੱਗੇ ਕਰਨੇ ਸ਼ੁਰੂ ਕਰਤੇ। ਰਿਸ਼ੀ ਦਾ ਮਨ ਡੋਲ ਗਿਆ, ਬਸ ਮਨ ਡੋਲ ਗਿਆ ਅਤੇ ਉਹਨਾਂ ਨਾਲ ਸਰੀਰਕ ਸੰਬੰਧ ਕਾਇਮ ਕਰ ਲਿਆ। ਇੰਨੇ ਸਾਲਾਂ ਦੀ ਕੀਤੀ ਭਜਨ ਬੰਦਗੀ ਨਸ਼ਟ ਹੋ ਗਈ, ਨਸ਼ਟ ਹੋ ਗਈ। ਜਦੋਂ ਮਨੁੱਖ ਕਿਸੇ ਬੇਗਾਨੀ ਔਰਤ ਨਾਲ ਸਰੀਰਕ ਸੰਬੰਧ ਕਾਇਮ ਕਰਦੇ ਨੇ, ਇਹਦੀ ਭਜਨ ਬੰਦਗੀ ਨਸ਼ਟ ਹੋ ਜਾਂਦੀ ਹੈ। ਬੜਾ ਖਿਆਲ ਰੱਖਣਾ ਪੈਂਦਾ। ਇਹ ਵੀ ਇੱਕ ਮਾਇਆ ਹੈ, ਇਹ ਮਾਇਆ ਦਾ ਇੱਕ ਰੂਪ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਚੁਗਲੀ, ਨਿੰਦਿਆ ਸਭ ਮਾਇਆ ਦੇ ਰੂਪ ਨੇ। ਕੋਈ ਗੁਆਂਢੀ ਅਮੀਰ ਹੋ ਗਿਆ ਹੈ, ਨਾਲ ਸੜੀ ਜਾਂਦਾ ਹੈ, ਨਾਲ ਸੜੀ ਜਾਂਦਾ ਵੀ ਅਮੀਰ ਕਿਉਂ ਹੋ ਗਿਆ। ਤੁਹਾਡਾ ਮੁੰਡਾ ਕਲਾਸ 'ਚ ਫਸਟ ਆ ਗਿਆ ਹੈ, ਗੁਆਂਢੀ ਸੜ ਰਿਹਾ ਵੀ ਹਾਏ ਹੋਏ ਸਾਡਾ ਨਹੀਂ ਆਇਆ। ਉਂਝ ਕਹੋ, ਆ ਕੇ ਕਹੋ ਵਧਾਈਆਂ ਜੀ, ਵਧਾਈਆਂ ਜੀ, ਸਭ ਝੂਠੀਆਂ। ਜਦੋਂ ਬੱਚਾ ਪਾਸ ਹੁੰਦਾ, ਸਿਰਫ ਦੋ ਪ੍ਰਕਾਰ ਦੇ ਲੋਕਾਂ ਨੂੰ ਖੁਸ਼ੀ ਹੁੰਦੀ ਹੈ। ਇੱਕ ਟੀਚਰ ਨੂੰ ਜਿਹਨੇ ਉਹਨੂੰ ਪੜ੍ਹਾਇਆ, ਦੂਜਾ ਮਾਂ ਪਿਓ ਨੂੰ। ਬਾਕੀ ਕਿਸੇ ਨੂੰ ਖੁਸ਼ੀ ਨਹੀਂ ਹੁੰਦੀ। ਬਾਕੀ ਉੱਤੋਂ ਉੱਤੋਂ ਵਧਾਈਆਂ ਦੇਣਗੇ, ਅੰਦਰ ਕਹਿੰਦੇ ਹਾਏ ਹੋਏ, ਅੰਦਰ ਕਹਿੰਦੇ ਹਾਏ ਹੋਏ। ਇਹ ਵੀ ਮਾਇਆ ਹੀ ਹੈ। ਸੋ ਮਾਇਆ ਦੇ ਅਨੇਕਾਂ ਰੂਪ ਨੇ। ਇਸ ਲਈ ਚੋਰਟੀ ਕਿਹਾ, ਚੋਰ, ਠੱਗ, ਠੱਗਣੀ। ਮਾਇਆ ਠੱਗਣੀ ਹੈ। ਮੁਸ ਮੁਸ ਲਾਵੈ ਹਾਟ, ਮੁਸ ਹੁੰਦੇ ਠੱਗ ਠੱਗ ਕੇ। ਇਹ ਮਾਇਆ ਲੋਕਾਂ ਨੂੰ ਠੱਗ ਠੱਗ ਕੇ ਧਨ ਦੌਲਤ ਆਪਣੀ ਹੱਟੀ 'ਚ ਆਪਣੇ ਘਰ 'ਚ ਲਿਆ ਰਹੀ ਹੈ, ਇਕੱਠਾ ਕਰ ਰਹੀ ਹੈ, ਧਨ ਦੌਲਤ ਇਕੱਠਾ ਕਰ ਰਹੀ ਹੈ। ਏਕ ਕਬੀਰਾ ਨਾ ਮੁਸੈ, ਪਰ ਮਾਇਆ ਕਬੀਰ ਸਾਹਿਬ ਨੂੰ ਨਹੀਂ ਠੱਗ ਸਕੀ। ਕਿਉਂ ਨਹੀਂ ਠੱਗ ਸਕੀ? ਜਿਨ ਕੀਨੀ ਬਾਰ ਹੈ ਬਾਟ, ਕਿਉਂਕਿ ਕਬੀਰ ਸਾਹਿਬ ਨੇ ਮਾਇਆ ਨੂੰ ਬਹੁਤ ਦੂਰ ਰੱਖਿਆ। ਖਬਰਦਾਰ ਜੇ ਸਾਡੇ ਨੇੜੇ ਆਈ ਹੈ, ਬਹੁਤ ਦੂਰ ਰੱਖਿਆ, ਨੇੜੇ ਨਹੀਂ ਆਉਣ ਦਿੱਤਾ। ਇਸ ਲਈ ਮਾਇਆ ਦਾ ਕੋਈ ਜ਼ੋਰ ਹੀ ਨਹੀਂ ਚੱਲਿਆ ਕਬੀਰ ਸਾਹਿਬ 'ਤੇ। ਉਹਨਾਂ ਨੂੰ ਪਤਾ ਸੀ ਜੇ ਨੇੜੇ ਆਈ ਨਾ ਮਾਇਆ, ਇਹਨੇ ਮੈਨੂੰ ਠੱਗ ਲੈਣਾ। ਕਹਿੰਦੇ ਬਹੁਤ ਦੂਰ ਰੱਖਿਆ, ਬਾਹਰ ਹੈ ਬਾਟ, ਬਹੁਤ ਦੂਰ ਰੱਖਿਆ।
ਜਿਨ੍ਹਾਂ ਨੇ ਭਗਤ ਬਣਨਾ ਹੁੰਦਾ ਹੈ, ਜਿਨ੍ਹਾਂ ਨੇ ਬ੍ਰਹਮ ਗਿਆਨੀ ਬਣਨਾ ਹੁੰਦਾ ਹੈ, ਉਹ ਮਾਇਆ ਦੇ ਕਿਸੇ ਪ੍ਰਭਾਵ 'ਚ ਵੀ ਨਹੀਂ ਆਉਂਦੇ। ਭਜਨ ਬੰਦਗੀ ਕਰਦਿਆਂ ਕਈ ਵਾਰੀ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ। ਜਦੋਂ ਕਿਸੇ ਮਨੁੱਖ ਨੂੰ ਕੋਈ ਰਿੱਧੀ ਸਿੱਧੀ ਪ੍ਰਾਪਤ ਹੁੰਦੀ ਹੈ, ਸਮਾਜ ਦੇ ਵਿੱਚ ਉਹਦਾ ਆਦਰ ਮਾਣ ਸਤਿਕਾਰ ਹੋਣਾ ਸ਼ੁਰੂ ਹੋ ਜਾਂਦਾ ਹੈ। ਅਤੇ ਕਈ ਵਾਰੀ ਬੰਦਾ ਸਤਿਕਾਰ ਮਾਣ ਨੂੰ ਵੇਖ ਕੇ ਹੰਕਾਰ 'ਚ ਆ ਜਾਂਦਾ ਅਤੇ ਭਜਨ ਬੰਦਗੀ ਭੁੱਲ ਜਾਂਦੀ ਹੈ, ਅੱਗੇ ਤਰੱਕੀ ਨਹੀਂ ਕਰ ਸਕਦਾ, ਅੱਗੇ ਤਰੱਕੀ ਨਹੀਂ ਕਰ ਸਕਦਾ। ਭਗਤਾਂ ਨੂੰ ਪਤਾ ਹੁੰਦਾ ਹੈ ਕਿ ਪਰਮਾਤਮਾ ਦਾ ਨਾਮ ਜਪਣ ਨਾਲ ਇਹ ਚੀਜ਼ਾਂ ਮਿਲਣੀਆਂ, ਪਰ ਮੇਰਾ ਉਦੇਸ਼ ਤੇ ਪਰਮਾਤਮਾ ਦੀ ਪ੍ਰਾਪਤੀ ਹੈ, ਰਿੱਧੀਆਂ ਸਿੱਧੀਆਂ ਮੇਰਾ ਉਦੇਸ਼ ਨਹੀਂ। ਇਹ ਤੇ ਮਿਲ ਹੀ ਜਾਣੀਆਂ ਨੇ। ਅਗਰ ਮੈਂ ਕਿਸੇ ਰਿੱਧੀ ਸਿੱਧੀ ਲਈ ਭਜਨ ਬੰਦਗੀ ਕਰਦਾ ਤਾਂ ਮੈਂ ਕਦੇ ਵੀ ਪਰਮਾਤਮਾ ਤੱਕ ਨਹੀਂ ਪਹੁੰਚ ਸਕਾਂਗਾ, ਕਿਉਂਕਿ ਮੇਰਾ ਉਦੇਸ਼ ਹੀ ਰਿੱਧੀ ਸਿੱਧੀ ਤੱਕ ਹੈ। ਜਿਨ੍ਹਾਂ ਨੇ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੁੰਦਾ, ਉਹਨਾਂ ਦਾ ਉਦੇਸ਼ ਪਰਮਾਤਮਾ ਦੀ ਪ੍ਰਾਪਤੀ ਹੁੰਦਾ। ਰਾਹ 'ਚ ਭਾਵੇਂ ਕਿੰਨੀਆਂ ਰੁਕਾਵਟਾਂ ਆਉਣ, ਉਹਨਾਂ ਦੀ ਕੋਈ ਪਰਵਾਹ ਨਹੀਂ ਕਰਦੇ। ਉਹ ਆਪਣੀ ਲੈਅ 'ਤੇ ਤੁਰੇ ਹੀ ਜਾਂਦੇ ਨੇ, ਉਹ ਭਜਨ ਬੰਦਗੀ ਲੱਗੇ ਹੀ ਰਹਿੰਦੇ ਨੇ। ਕੋਈ ਨਿੰਦਿਆ ਕਰੇ ਤਾਂ ਨਹੀਂ ਪਰਵਾਹ, ਕਿਉਂ ਨਿੰਦਿਆ ਵੀ ਮਾਇਆ ਹੈ। ਵੀ ਦੇਖੀਏ ਇਹ ਅੰਦਰੋਂ ਤਕਲੀਫ ਹੁੰਦੀ ਹੈ ਨਾ। ਮੈਨੂੰ ਕੋਈ ਆ ਕੇ ਕਹਿੰਦਾ, ਬਾਬਾ ਜੀ ਫਲਾਣਾ ਬੰਦਾ ਤੁਹਾਡੀ ਨਿੰਦਿਆ ਕਰਦਾ ਸੀ, ਮੈਨੂੰ ਹੋਈ ਤਕਲੀਫ, ਮਾਇਆ ਨੇ ਮੇਰੇ 'ਤੇ ਅਸਰ ਕਰਤਾ ਨਾ। ਅਤੇ ਜੇ ਮੈਨੂੰ ਪਤਾ ਹੈ ਕਿ ਇਹ ਸੰਸਾਰ ਹੈ, ਜੈਮਲ ਸਿੰਘ ਤੂੰ ਜਿੰਨਾ ਮਰਜ਼ੀ ਹੈ ਵਧੀਆ ਬਣ ਲੈ, ਕੁਝ ਲੋਕਾਂ ਨੇ ਤੈਨੂੰ ਨਿੰਦਣਾ ਹੀ ਨਿੰਦਣਾ ਹੈ। ਉਹਨਾਂ ਨੂੰ ਈਰਖਾ ਹੈ। ਈਰਖਾਲੂ ਬੰਦਾ ਹਮੇਸ਼ਾ ਨਿੰਦਦਾ ਹੈ, ਆਪ ਤਰੱਕੀ ਨਹੀਂ ਕਰਦਾ, ਦੂਜੇ ਨੂੰ ਡੇਗਣ ਦੀ ਕੋਸ਼ਿਸ਼ ਕਰਦਾ ਹੈ। ਇਸ ਲਈ ਜਿਹਨੇ ਭਜਨ ਬੰਦਗੀ ਕਰਨੀ ਹੈ ਉਹ ਲੋਕਾਂ ਦੀ ਪਰਵਾਹ ਨਹੀਂ ਕਰਦੇ। ਅਤੇ ਜੇ ਕੋਈ ਆ ਕਹਿੰਦਾ ਬਾਬਾ ਜੀ ਤੁਹਾਡੇ ਫਲਾਣੇ ਬੜੇ ਵਡਿਆਈ ਕਰ ਰਹੇ ਸੀ ਅਤੇ ਮੈਂ ਖੁਸ਼ ਹੋ ਗਿਆ ਹੈ, ਇਹਦਾ ਮਤਲਬ ਨਹੀਂ, ਅਜੇ ਨਹੀਂ ਗੱਲ ਬਣਨੀ। ਅਜੇ ਮੈਂ ਜੋ ਲੋਕ ਕਹਿੰਦੇ ਨੇ ਉਹਦੇ ਅਨੁਸਾਰ ਸਮਝ ਰਿਹਾ ਹਾਂ। ਇਹ ਤਾਂ ਸੰਸਾਰ ਹੈ। ਸਿਆਣੇ ਕਹਿੰਦੇ ਨੇ ਆਰੀ ਨੂੰ ਇੱਕ ਪਾਸੇ ਦਿੰਦੇ ਹੁੰਦੇ ਨੇ, ਸੰਸਾਰ ਨੂੰ ਦੋਨੋਂ ਪਾਸੇ ਦਿੰਦੇ ਨੇ। ਇਹ ਕਿਸੇ ਪਾਸਿਓਂ ਨਹੀਂ ਛੱਡਦੇ, ਇਹ ਕਿਸੇ ਪਾਸਿਓਂ ਨਹੀਂ ਬਖਸ਼ਦੇ। ਇੱਕ ਸਾਧ ਨੂੰ ਬੈਰਾਗ ਆ ਗਿਆ ਹੈ। ਚਲੋ ਜੇ ਪਾਲਾ ਮੰਨ ਲਓ ਮੈਂ ਗੱਦੇਦਾਰ ਬੈੱਡ 'ਤੇ ਬੈਠ ਕੇ ਢੋਲ ਲਾ ਕੇ ਭਜਨ ਬੰਦਗੀ ਕਰਾਂ, ਕਿਸੇ ਕਾਰਨ ਮੈਨੂੰ ਵੈਰਾਗ ਆ ਜਾਏ ਅਤੇ ਮੈਂ ਘਰ ਬਾਹਰ ਛੱਡ ਕੇ ਜੰਗਲ 'ਚ ਚਲਿਆ ਜਾਵਾਂ। ਉਸ ਸਾਧ ਨੇ ਕੀ ਕੀਤਾ, ਇੱਕ ਦਰੀ ਲੈ ਲਈ, ਇੱਕ ਸਿਰਹਾਣਾ ਲੈ ਲਿਆ ਵੀ ਚਲੋ ਜੇ ਲੇਟਾਂਗੇ ਜਾਂ ਬੈਠਾਂਗੇ, ਦਰੀ ਦੇ ਉੱਤੇ ਬੈਠਾਂਗੇ, ਲੇਟਾਂਗੇ ਸਿਰਹਾਣਾ ਸੌਖਾ ਰਹੇਗਾ। ਕੁਦਰਤੀ ਉਹ ਰਾਤ ਥੋੜ੍ਹੀ ਜਿਹੀ ਦੂਰ ਬੈਠਾ ਸੀ, ਇੱਕ ਦਰਖਤ ਹੇਠਾਂ, ਕੋਲੋਂ ਬੀਬੀਆਂ ਲੰਘੀਆਂ। ਕਹਿੰਦਾ ਵੱਡਾ ਸਾਧ ਬਣਿਆ ਫਿਰਦਾ, ਦਰੀ 'ਤੇ ਬੈਠਾ, ਘਰ ਛੱਡ ਕੇ ਆਇਆ, ਦਰੀ ਨਾਲ ਲੈ। ਲੰਘੀਆਂ ਕਹਿ ਕੇ ਅਗਲੇ ਦਿਨ ਵਿਚਾਰੇ ਨੇ ਦਰੀ ਚੱਕਤੀ, ਸਿਰਹਾਣਾ ਕੋਲ ਹੈ। ਕਹਿੰਦੇ ਅੱਛਾ ਉਂਝ ਘਰ ਬਾਹਰ ਛੱਡ ਅਜੇ ਵੀ ਸਿਰਹਾਣੇ 'ਤੇ ਸਿਰ ਰੱਖੀ ਬੈਠਾ, ਇਹ ਸਾਧ ਨਾਲੇ ਕੁਛ ਹੋਰ ਹੈ। ਅਗਲੇ ਦੇ ਵਿਚਾਰੇ ਨੇ ਸਿਰਹਾਣਾ ਵੀ ਸੁੱਟਤਾ। ਹੁਣ ਆਦਤ ਸੀ ਥੋੜ੍ਹੇ ਸਿਰ ਉੱਚਾ ਕੇ ਸੌਣ ਦੀ, ਬਾਂਹ ਰੱਖ ਲਈ ਸਿਰ ਹੇਠਾਂ ਸੌਣ ਵੇਲੇ। ਫਿਰ ਜਨਾਨੀ ਲੰਘੀ, ਅੱਛਾ ਅਜੇ ਵੀ ਸਿਰਹਾਣਾ ਨਹੀਂ ਛੱਡਦਾ, ਬਾਂਹ ਦਾ ਸਿਰਹਾਣਾ ਬਣਾਇਆ ਹੋਇਆ ਹੈ ਰੋਂਦਾ ਸਾਧ ਹੋਣ ਨੂੰ। ਕੀ ਕਰੇ ਬੰਦਾ। ਇਸ ਲਈ ਜਿੰਨੇ ਇਸ ਰਸਤੇ 'ਤੇ ਤੁਰਨਾ ਹੈ, ਲੋਕ ਚੰਗਾ ਕਹਿੰਦੇ ਨੇ ਮੰਦਾ ਕਹਿੰਦੇ ਨੇ, ਇਸ ਗੱਲ ਦੀ ਪਰਵਾਹ ਨਹੀਂ ਕਰਨੀ। ਸਿਰਫ ਇਹ ਖਿਆਲ ਰੱਖਣਾ ਕਿ ਕੀ ਮੇਰਾ ਜੀਵਨ ਗੁਰਬਾਣੀ ਅਨੁਸਾਰ ਹੈ, ਜੇ ਨਹੀਂ ਹੈ ਤਾਂ ਉਸ ਨੂੰ ਕਰਦੇ ਜਾਣਾ ਹੈ। ਬਸ ਰਾਤੇ ਰਾਤ ਨਹੀਂ ਹੋ ਜਾਣਾ ਗੁਰਬਾਣੀ ਅਨੁਸਾਰ ਜੀਵਨ।
ਗੁਰਬਾਣੀ ਸਾਰ ਜੀਵਨ ਬਣਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈਗਾ, ਬਹੁਤ ਔਖਾ ਹੈ। ਪਰ ਜਿਨ੍ਹਾਂ ਨੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਉਹਨਾਂ ਨੂੰ ਫਿਰ ਗੁਰਬਾਣੀ ਅਨੁਸਾਰ ਜੀਵਨ ਜਿਉਣਾ ਪਵੇ, ਤਾਂ ਪਰਮਾਤਮਾ ਮਿਲੇਗਾ, ਨਹੀਂ ਤਾਂ ਨਹੀਂ ਮਿਲੇਗਾ। ਵਾਰੀ ਵਾਰੀ ਜਨਮ ਲਈ ਜਾਣੇ ਪੈਣਗੇ। ਉਹਨਾਂ ਨੂੰ ਵਾਰੀ ਵਾਰੀ ਜਨਮ ਲੈਣੇ ਪੈਣਗੇ। ਬਾਣੀ ਨਾਲ ਤੇ ਜੁੜੇ ਨੇ, ਨਾਮ ਨਾਲ ਤੇ ਜੇ ਜੁੜੇ ਨੇ, ਪਰ ਜੇ ਮਾਇਆ ਦੇ ਪ੍ਰਭਾਵ 'ਚੋਂ ਨਹੀਂ ਨਿਕਲੇ, ਅਜੇ ਜੀਵਨ ਟੋਟਲ ਬਾਣੀ ਅਨੁਸਾਰ ਨਹੀਂ ਹੋਇਆ। ਬਾਣੀ 'ਚ ਜੋ ਲਿਖਿਆ ਸਭ ਕੁਝ ਸੰਭਵ ਹੈ। ਇਹ ਨਹੀਂ ਕਿ ਜੋ ਲਿਖਿਆ ਜੀ ਅਸੀਂ ਉਸ ਨੂੰ ਕਰ ਨਹੀਂ ਸਕਦੇ। ਅਸੰਭਵ ਕੁਛ ਨਹੀਂ ਲਿਖਿਆ। ਇੱਕ ਖਿਆਲ ਰੱਖਣਾ ਗੱਲ ਦਾ, ਬਾਣੀ 'ਚ ਕੋਈ ਐਸੀ ਗੱਲ ਨਹੀਂ ਲਿਖੀ ਜਿਹੜੀ ਸਿੱਖ ਨਾ ਕਰ ਸਕਦਾ ਹੋਵੇ। ਬਾਣੀ 'ਚ ਜੋ ਲਿਖਿਆ ਹੈ, ਅਗਰ ਕੋਈ ਸਿੱਖ ਕਰਨਾ ਚਾਹੇ ਤਾਂ ਉਸ ਤਰ੍ਹਾਂ ਕਰ ਸਕਦਾ ਹੈ, ਤਾਂ ਹੀ ਲਿਖਿਆ। ਜੇ ਗੁਰਬਾਣੀ ਲਿਖਿਆ ਊਠਤ ਬੈਠਤ ਸੋਵਤ ਜਾਗਤ ਇਹ ਮਨ ਤੁਝਾ ਚਿਤਾਰੇ, ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਕਦੇ ਨਾਮ ਜਪੀ ਜਾਣਾ ਹੈ, ਜਪੀ ਜਾਣਾ। ਕਈ ਵਾਰ ਬੰਦਾ ਸੋਚਦਾ ਉੱਠਦਿਆਂ ਬੈਠਦਿਆਂ ਜਾਗਦਿਆਂ ਤਾਂ ਨਾਮ ਜਪਿਆ ਜਾ, ਸੁੱਤਿਆਂ ਕਿਵੇਂ ਜਪਿਆ ਜਾ ਸਕਦਾ ਹੈ? ਪਰ ਬਾਣੀ 'ਚ ਲਿਖਿਆ ਇਹ ਗਲਤ ਨਹੀਂ ਹੋ ਸਕਦਾ, ਇਹ ਗਲਤ ਨਹੀਂ ਹੋ ਸਕਦਾ, ਇਹ ਅਸੰਭਵ ਨਹੀਂ ਹੋ ਸਕਦਾ। ਮੈਂ ਵੀ ਜਦੋਂ ਪੜ੍ਹਿਆ ਮੈਨੂੰ ਸਮਝ ਨਾ ਆਵੇ, ਕਿਉਂਕਿ ਮੈਂ ਪਿੰਡ 'ਚ ਸਰਵਿਸ ਕਰਦਾ ਸੀ, ਕੋਈ ਵਿਦਵਾਨ ਵੀ ਕੋਈ ਨਹੀਂ ਸੀ ਉੱਥੇ ਬਾਣੀ ਦਾ ਗਿਆਤਾ ਜਿਹਦੇ ਨਾਲ ਮੈਂ ਇਹ ਵਿਚਾਰ ਕਰ ਸਕਦਾ ਕਿ ਪੰਚਮ ਪਾਤਸ਼ਾਹ ਨੇ ਲਿਖਿਆ ਊਠਤ ਬੈਠਤ ਸੋਵਤ ਜਾਗਤ ਇਹ ਮਨ ਤੁਝਾ ਚਿਤਾਰੇ। ਵੀ ਰਾਤ ਨੂੰ ਕਿਵੇਂ ਨਾਮ ਜਪਿਆ ਜਾ ਸਕਦਾ? ਬੰਦਾ ਸੁੱਤਾ, ਸੌਣਾ ਦੇ ਹਰ ਘਰ ਹੈ ਹੀ ਹੈ। ਨੀਂਦ ਤੇ ਸਰੀਰ ਦਾ ਧਰਮ ਹੈ। ਕੋਈ ਥੋੜ੍ਹਾ ਸੌਂਦਾ ਹੈ, ਕੋਈ ਜ਼ਿਆਦਾ ਸੌਂਦਾ। ਜਿਉਂ ਸਾਡੀ ਆਤਮਿਕ ਅਵਸਥਾ ਉੱਚੀ ਹੁੰਦੀ ਹੈ ਤਿਉਂ ਸਾਡੀ ਨੀਂਦ ਘਟਦੀ ਜਾਂਦੀ ਹੈ, ਇਹ 'ਚ ਕੋਈ ਸ਼ੱਕ ਨਹੀਂ। ਮੈਂ ਭਜਨ ਬੰਦਗੀ ਕਰਨ ਲੱਗਾ ਸੀ 15 ਅਗਸਤ 1971 ਨੂੰ। 7 ਸਾਲ ਮੈਨੂੰ ਇਸ ਪ੍ਰਸ਼ਨ ਦਾ ਉੱਤਰ ਨਹੀਂ ਕਿਤੋਂ ਲੱਭਾ ਵੀ ਸੁੱਤੇ ਹੋਇਆਂ ਕਿਵੇਂ ਨਾਮ ਜਪਿਆ ਜਾ ਸਕਦਾ। 1978 'ਚ ਮੇਰੀ ਸ਼ਾਦੀ ਹੋ ਗਈ। 7 ਕੁ ਦਿਨਾਂ ਬਾਅਦ ਮੇਰੀ ਮਿਸਿਜ਼ ਮੈਨੂੰ ਕਹਿੰਦੀ ਵੀ ਤੁਸੀਂ ਰਾਤ ਨੂੰ ਸੌਂਦੇ ਨਹੀਂ? ਮੇਰੀ ਬਚਪਨ ਤੋਂ ਹੀ ਆਦਤ ਹੈ, 4ਥੀ ਜਮਾਤ ਤੋਂ ਮੈਨੂੰ ਯਾਦ ਹੈ, ਮੈਂ 10 ਵਜੇ ਸੌਂਦਾ ਅਤੇ ਸਵੇਰੇ 4 ਵਜੇ ਉੱਠਦਾ। ਮੈਂ 6 ਘੰਟੇ ਸੌਂਦਾ ਹੀ ਸੌਂਦਾ। ਮੈਂ ਕਿਉਂ? ਕਹਿੰਦੇ ਜਦੋਂ ਮੈਂ ਪਾਸਾ ਪਲਟਦੀ ਹਾਂ ਮੈਨੂੰ ਜਾਗ ਆਉਂਦੀ, ਤੁਸੀਂ ਵਾਹਿਗੁਰੂ ਵਾਹਿਗੁਰੂ ਕਰ ਰਹੇ ਹੁੰਦੇ ਹੋ। ਮੈਂ ਲੈ ਆ ਤਾਂ ਤੂੰ ਮੇਰੇ ਪ੍ਰਸ਼ਨ ਦਾ ਉੱਤਰ ਦੇ ਦਿੱਤਾ। ਮੈਂ 7 ਸਾਲ ਇਸ ਦੀ ਉਡੀਕ ਕਰਦਾ ਰਿਹਾ ਅਤੇ ਤੁਸੀਂ ਉਹ ਮੇਰੀ ਸਮੱਸਿਆ ਹੱਲ ਕਰ ਦਿੱਤੀ ਹੈ ਕਿ ਜਿਹੜਾ ਡੇ ਟਾਈਮ ਦੇ ਵਿੱਚ ਦਿਨੇ ਘੰਟਿਆਂ ਬੱਧੀ ਸਿਮਰਨ ਕਰਦਾ ਰਹਿੰਦਾ, ਉੱਠਦਾ ਬੈਠਦਾ ਤੁਰਦਾ ਫਿਰਦਾ, ਰਾਤ ਨੂੰ ਸਿਮਰਨ ਆਪਣੇ ਆਪ ਹੀ ਹੁੰਦਾ ਰਹਿੰਦਾ ਉਸਦਾ। ਹੋ ਗਿਆ ਨਾ ਹਰ ਵਕਤ ਫਿਰ। ਇਸ ਲਈ ਬਾਣੀ 'ਚ ਕੋਈ ਚੀਜ਼ ਅਸੰਭਵ ਨਹੀਂ ਲਿਖੀ ਹੋਈ ਵੀ ਇਹ ਜੀ ਨਹੀਂ ਹੋ ਸਕਦੀ। ਅਸੰਭਵ ਕੁਛ ਨਹੀਂ ਹੈ, ਸਭ ਕੁਛ ਸੰਭਵ ਹੈ ਜੋ ਲਿਖਿਆ ਹੋਇਆ ਹੈ। ਸਿਰਫ ਆਪਣੀ ਹਿੰਮਤ ਅਤੇ ਗੁਰੂ ਪਰਮਾਤਮਾ ਦੀ ਕਿਰਪਾ ਚਾਹੀਦੀ ਹੈ। ਨਿਰੀ ਹਿੰਮਤ ਨਾਲ ਵੀ ਗੱਲ ਨਹੀਂ ਬਣਦੀ, ਪਰ ਹਿੰਮਤ ਕਰਾਂਗੇ ਤੇ ਤਾਂ ਕਿਰਪਾ ਆਵੇਗੀ ਨਾ। ਤਾਂ ਕਿ ਮਿਹਨਤ ਮੇਰੀ ਰਹਿਮਤ ਤੇਰੀ। ਮਿਹਨਤ ਮਨੁੱਖ ਨੇ ਕਰਨੀ ਹੈ, ਕਿਰਪਾ ਗੁਰੂ ਪਰਮਾਤਮਾ ਨੇ ਕਰਨੀ ਹੈ। ਮਿਹਨਤ ਕਰਾਂਗੇ। God helps those who help themselves, ਬਾਈਬਲ 'ਚ ਲਿਖਿਆ ਹੋਇਆ ਅੱਜ ਤੋਂ 2000 ਸਾਲ ਪਹਿਲਾਂ। ਪਰਮਾਤਮਾ ਉਹਨਾਂ ਦੀ ਮਦਦ ਕਰਦਾ ਹੈ ਜਿਹੜੇ ਯਤਨਸ਼ੀਲ ਨੇ, ਜਿਹੜੇ ਯਤਨ ਕਰਦੇ ਨੇ। ਜਿਹੜੇ ਯਤਨ ਹੀ ਨਹੀਂ ਕਰਦੇ ਪਰਮਾਤਮਾ ਉਹਨਾਂ ਦੀ ਮਦਦ ਨਹੀਂ ਕਰਦਾ। ਇਸ ਲਈ ਸਾਨੂੰ ਵੀ ਹੁਕਮ ਹੈ ਗੁਰੂ ਮਹਾਰਾਜ ਦਾ, ਉਦਮ ਕਰੇਂਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ।
ਉਦਮ ਕਰਿੰਦਿਆ ਜੀਵਤ। ਉਦਮ ਕਰ, ਮਿਹਨਤ ਕਰ, ਸਾਨੂੰ ਹੁਕਮ ਹੈ ਗੁਰੂ ਮਹਾਰਾਜ ਦਾ। ਕਿਰਪਾ ਗੁਰੂ ਮਹਾਰਾਜ ਨੇ ਕਰਨੀ ਹੈ। ਉਸ ਉਦਮ ਦੇ ਵਿੱਚ, ਉਸ ਮਿਹਨਤ ਦੇ ਵਿੱਚ ਹੰਕਾਰ ਨਹੀਂ ਲਿਆਉਣਾ, ਕਿਉਂਕਿ ਹੰਕਾਰ ਨਾਲ ਪ੍ਰਾਪਤੀ ਨਹੀਂ ਹੋਵੇਗੀ, ਪ੍ਰਾਪਤੀ ਉਹਦੀ ਕਿਰਪਾ ਨਾਲ ਹੋਵੇਗੀ। ਅਸੀਂ ਤਾਂ ਮਿਹਨਤ ਕਰਨੀ ਹੈ, ਅਸੀਂ ਤਾਂ ਗੁਰੂ ਮਹਾਰਾਜ ਦਾ ਹੁਕਮ ਮੰਨਣਾ ਹੈ, ਕਿਰਪਾ ਉਹਨਾਂ ਨੇ ਕਰਨੀ ਹੈ। ਅਤੇ ਜਦੋਂ ਗੁਰੂ ਮਹਾਰਾਜ ਕਿਰਪਾ ਕਰ ਦੇਣਗੇ ਤਾਂ ਪਰਮਾਤਮਾ ਕਹਿੰਦੇ ਏਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਯਤਨ ਸਿੱਖ ਨੇ ਕਰਨਾ, ਕਿਰਪਾ ਗੁਰੂ ਨੇ ਕਰਨੀ ਹੈ, ਅਤੇ ਫਿਰ ਜਾ ਕੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਸੋ ਅਸੀਂ ਦਿਨੋਂ ਦਿਨ ਆਪਣੇ ਜੀਵਨ ਨੂੰ ਗੁਰਬਾਣੀ ਅਨੁਸਾਰ ਕਰਦੇ ਜਾਣਾ ਹੈ, ਆਪਣੇ ਜੀਵਨ ਨੂੰ ਗੁਰਬਾਣੀ ਅਨੁਸਾਰ ਕਰਦੇ ਜਾਣਾ ਹੈ। ਜਿਉਂ ਜਿਉਂ ਸਾਡਾ ਜੀਵਨ ਗੁਰਬਾਣੀ ਅਨੁਸਾਰ ਹੁੰਦਾ ਜਾਏਗਾ, ਅਸੀਂ ਵੈਸੇ ਹੀ ਸੁਖੀ ਹੋ ਜਾਵਾਂਗੇ। ਕੌਣ ਦੁਖੀ ਨੇ? ਜਿਨ੍ਹਾਂ ਦਾ ਜੀਵਨ ਗੁਰਬਾਣੀ ਦੇ ਵਿਰੁੱਧ ਹੈ। ਮੈਂ ਦੇਖੇ ਉਹੀ ਦੁਖੀ ਨੇ। 99% ਲੋਕ ਉਹ ਦੁਖੀ ਨੇ ਜਿਨ੍ਹਾਂ ਦਾ ਜੀਵਨ ਗੁਰਬਾਣੀ ਦੇ ਵਿਰੁੱਧ ਹੈ। ਹੁਣ ਗੁਰਬਾਣੀ ਇਹ ਤਰ੍ਹਾਂ ਕਿ ਚੋਰੀਆਂ ਕਰੋ, ਡਾਕੇ ਮਾਰੋ, ਠੱਗੀਆਂ ਕਰੋ, ਮਿਲਾਵਟਾਂ ਕਰੋ, ਧੋਖਾਧੜੀ ਕਰੋ, ਰਿਸ਼ਵਤਾਂ ਲਵੋ, ਪਲਾਟ ਦੱਬੋ, ਮਕਾਨ ਦੱਬੋ, ਘਪਲੇ ਕਰੋ, ਨਸ਼ੇ ਵੇਚੋ, ਨਸ਼ੇ ਕਰੋ, ਬਦਮਾਸ਼ੀਆਂ ਕਰੋ, ਇਹ ਤਾਂ ਨਹੀਂ ਬਾਣੀ ਕਹਿੰਦੀ। ਪਰ ਆਲੇ ਦੁਆਲੇ ਨਿਗਾਹ ਮਾਰ ਕੇ ਵੇਖ ਲਓ, ਇਹੀ ਕੁਛ ਹੋ ਰਿਹਾ। ਇਸ ਲਈ ਸੁੱਖ ਨਹੀਂ। ਜਿਉਂ ਜਿਉਂ ਅਸੀਂ ਗੁਰਬਾਣੀ ਦੀ ਸਿੱਖਿਆ ਤੋਂ ਦੂਰ ਹੁੰਦੇ ਜਾਵਾਂਗੇ, ਤਿਉਂ ਤਿਉਂ ਦੁਖੀ ਹੁੰਦੇ ਜਾਵਾਂਗੇ। ਜਿਉਂ ਜਿਉਂ ਤੁਸੀਂ ਪਹਾੜਾਂ ਤੋਂ ਦੂਰ ਹੁੰਦੇ ਜਾਓਗੇ, ਗਰਮੀ ਵੱਧਦੀ ਜਾਏਗੀ। ਜਿਉਂ ਜਿਉਂ ਪਹਾੜ ਦੇ ਨਜ਼ਦੀਕ ਜਾਈ ਜਾਓਗੇ, ਠੰਡ ਆਪਣੇ ਆਪ ਹੀ ਵੱਧਦੀ ਜਾਏਗੀ। ਜਿਉਂ ਜਿਉਂ ਅਸੀਂ ਪਰਮਾਤਮਾ ਦੇ ਨਜ਼ਦੀਕ ਜਾਈ ਜਾਵਾਂਗੇ, ਤਿਉਂ ਤਿਉਂ ਸੁਖੀ ਹੋਈ ਜਾਵਾਂਗੇ। ਅਤੇ ਜਿਉਂ ਜਿਉਂ ਪਰਮਾਤਮਾ ਤੋਂ ਦੂਰ ਹੋਈ ਜਾਵਾਂਗੇ, ਤਿਉਂ ਤਿਉਂ ਦੁਖੀ ਹੁੰਦੇ ਜਾਵਾਂਗੇ। ਸਮਾਜ ਦਿਨੋਂ ਦਿਨ ਦੁੱਖ ਵੱਧ ਰਿਹਾ ਹੈ, ਕਿਉਂਕਿ ਸਮਾਜ ਗੁਰੂ ਦੀ ਸਿੱਖਿਆ ਤੋਂ ਦੂਰ ਹੁੰਦਾ ਜਾ ਰਿਹਾ ਹੈ। ਜਿਹੜੇ ਸਿੱਖਾਂ ਦੇ ਜੀਵਨ ਗੁਰਬਾਣੀ ਅਨੁਸਾਰ ਨਹੀਂ ਹੈਗੇ, ਉਹਨਾਂ ਘਰਾਂ 'ਚ ਅਸ਼ਾਂਤੀ ਹੀ ਅਸ਼ਾਂਤੀ ਹੈ, ਅਸ਼ਾਂਤੀ ਹੀ ਅਸ਼ਾਂਤੀ ਹੈ। ਇਸ ਲਈ ਹਰ ਇੱਕ ਸਿੱਖ ਨੇ ਯਤਨ ਕਰਨਾ ਹੈ ਕਿ ਅਸੀਂ ਆਪਣੇ ਜੀਵਨ ਨੂੰ ਗੁਰਬਾਣੀ ਅਨੁਸਾਰ ਬਣਾਈਏ, ਸੁਖੀ ਹੋ ਜਾਈਏ। ਇਹ ਲੋਕ ਸੁਖੀ ਹੈ। ਜਦੋਂ ਸਾਡਾ ਜੀਵਨ ਸਹੀ ਹੋ ਜਾਵੇਗਾ, ਇਹ ਲੋਕ ਸੁਖੀ ਹੋ ਜਾਏਗਾ। ਜਦੋਂ ਅਸੀਂ ਨਾਲ ਨਾਮ ਜਪਾਂਗੇ, ਫਿਰ ਪਰਲੋਕ ਸੁਹੇਲੇ ਹੋ ਜਾਣਗੇ। ਅਤੇ ਪੰਚਮ ਪਾਤਸ਼ਾਹ ਕਹਿੰਦੇ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ। ਫਿਰ ਰੱਬ ਨੇ ਮਿਲਾ ਹੀ ਲੈਣੇ। ਜਿਹੜੇ ਇੱਥੇ ਸੁਖੀ ਨਹੀਂ, ਉਹ ਅੱਗੇ ਕੀ ਸੁਖੀ ਹੋਣਗੇ? ਉਹ ਅੱਗੇ ਕਿਹੜੇ ਸੁੱਖ ਦੀ ਆਸ ਲਾਈ ਬੈਠੇ ਹਨ? ਇਸ ਲਈ ਕਹਿੰਦੇ ਮਾਇਆ ਨੇ ਸਾਰਿਆਂ ਨੂੰ ਠੱਗ ਲਿਆ, ਪਰ ਇਹ ਕਬੀਰ ਸਾਹਿਬ ਨੂੰ ਨਹੀਂ ਠੱਗ ਸਕੀ, ਕਿਉਂਕਿ ਕਬੀਰ ਸਾਹਿਬ ਨੇ ਮਾਇਆ ਨੂੰ ਬੜੀ ਦੂਰ ਰੱਖਿਆ ਹੋਇਆ, ਨੇੜੇ ਨਹੀਂ ਆਉਣ ਦਿੰਦੇ। ਪਰਮਾਤਮਾ ਸਾਧੂ ਬਣ ਕੇ ਭਗਤ ਰਵਿਦਾਸ ਜੀ ਕੋਲ ਆਇਆ ਹੈ ਵੀ ਦੇਖੀਏ ਇਹ ਮਾਇਆ ਦੇ ਪ੍ਰਭਾਵ 'ਚ ਆਉਂਦਾ। ਉਹਨੂੰ ਪਾਰਸ ਦੇ ਗਏ, ਕਹਿੰਦੇ ਭਗਤ ਜੀ ਕਿਆ ਤੁਸੀਂ ਗਰੀਬੀ 'ਚ ਰਹਿ ਰਹੇ ਹੋ? ਲੋਕ ਕਹਿਣਗੇ ਨਾਮ ਜਪਣ ਵਾਲਾ ਵੀ ਗਰੀਬ ਹੈ, ਫਿਰ ਨਾਮ ਜਪਣ ਦਾ ਕਿਆ ਫਾਇਦਾ? ਫਿਰ ਨਾਮ ਜਪਣ ਦਾ ਕੀ ਫਾਇਦਾ? ਨਾਮ ਜਪਣ ਵਾਲਾ ਗਰੀਬ ਹੋਵੇ, ਨਾਮ ਜਪਣ ਵਾਲਾ ਦੁਖੀ ਹੋਵੇ, ਫਿਰ ਕਿਹੜਾ ਨਾਮ ਜਪੇਗਾ ਬਈ? ਅਗਲਾ ਕਹਿੰਦੇ ਇੰਨਾ ਨਾਮ ਜਪਦਾ, ਉਹ ਗਰੀਬ ਹੈ, ਮੰਗਤਾ ਬਣਿਆ ਹੋਇਆ ਹੈ ਔਰ ਦੁਖੀ ਹੈ, ਕੋਈ ਨਹੀਂ ਨਾਮ ਜਪੇਗਾ। ਕਹਿੰਦੇ ਇਸ ਲਈ ਤੁਸੀਂ ਆਹ ਲਓ ਪਾਰਸ, ਇਹ ਲੋਹੇ ਨਾਲ ਛੋਹੋ, ਇਹ ਸੋਨਾ ਹੋ ਜਾਏਗਾ ਤੁਹਾਡਾ ਲੋਹਾ, ਅਮੀਰ ਹੋ ਜਾਓਗੇ। ਲੋਕਾਂ ਨੂੰ ਪਤਾ ਲੱਗੇ ਵੀ ਹਾਂ ਭਗਤ ਰਵਿਦਾਸ ਭਗਤੀ ਕਰਦਾ, ਅਮੀਰ ਹੋ ਗਿਆ ਹੈ। ਹੁਣ ਦੇਖਦੇ ਨਾ, ਹੁਣ ਮਾਇਆ ਠੱਗਣੀ ਲੱਗੀ। ਭਗਤ ਰਵਿਦਾਸ ਜੀ ਕਹਿੰਦੇ ਸਾਨੂੰ ਪਾਰਸ ਦੀ ਲੋੜ ਨਹੀਂ ਹੈ। ਅਸੀਂ ਰਾਤੇ ਰਾਤ ਅਮੀਰ ਨਹੀਂ ਹੋਣਾ ਚਾਹੁੰਦੇ,
ਅਸੀਂ ਆਪਣੀ ਦਸਾਂ ਨੌਂ ਦੀ ਕਿਰਤ ਕਰਾਂਗੇ। ਬਸ ਕਿਰਤ ਹੀ ਕਰਨੀ ਅਸੀਂ, ਸਾਨੂੰ ਕਿਸੇ ਪਾਰਸ ਦੀ ਲੋੜ ਨਹੀਂ। ਅਤੇ ਸਾਲ ਭਰ ਕੋਲ ਪਾਰਸ ਰਿਹਾ ਪਰ ਉਹਨੇ ਵਰਤਿਆ ਨਹੀਂ ਹੈ, ਮਾਇਆ ਪ੍ਰਭਾਵ ਹੀ ਨਹੀਂ ਪਾ ਸਕੀ, ਇਸ ਲਈ ਉਹ ਭਗਤ ਹੋ ਗਏ। ਉਹਨਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਜ ਹੋ ਗਈ, ਉਹ ਅਮਰ ਹੋ ਗਏ, ਅਮਰ ਹੋ ਗਏ। ਇਸ ਲਈ ਮਾਇਆ ਦਾ ਕੋਈ ਇੱਕ ਰੂਪ ਨਹੀਂ ਹੈਗਾ, ਮਾਇਆ ਦੇ ਬੇਅੰਤ ਰੂਪ ਨੇ। ਹਰ ਉਹ ਚੀਜ਼ ਜਿਹੜੀ ਸਾਨੂੰ ਰੱਬ ਤੋਂ ਦੂਰ ਲਿਜਾਂਦੀ ਹੈ, ਭਜਨ ਬੰਦਗੀ ਦੇ ਵਿੱਚ ਰੁਕਾਵਟ ਪਾਉਂਦੀ ਹੈ, ਭਜਨ ਬੰਦਗੀ ਤੋਂ ਰੋਕਦੀ ਹੈ, ਚਾਹੇ ਉਹ ਬੰਦਾ ਹੈ ਚਾਹੇ ਕੋਈ ਚੀਜ਼ ਹੈ, ਉਹ ਮਾਇਆ ਹੈ, ਉਹ ਮਾਇਆ ਹੈ। ਅਤੇ ਜਿਹੜਾ ਬਚ ਗਿਆ ਹੈ, ਕੋਈ ਆ ਕੇ ਤੁਹਾਨੂੰ ਕਹਿੰਦਾ ਛੱਡੋ ਕੀ ਰਾਮ 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 ਲੱਗਾ ਵਾਹਿਗੁਰੂ ਵਾਹਿਗੁਰੂ ਕਰ, ਕੀ ਪਿਆ ਇਸ 'ਚ, ਆਪਣਾ ਖਾ ਪੀ ਮੌਜ ਕਰ, ਉਹਨੂੰ ਬੰਦਾ ਨਹੀਂ ਸਮਝਣਾ। ਸਮਝਣਾ ਹੀ ਮਾਇਆ ਆਈ ਹੈ, ਮੈਨੂੰ ਭਜਨ ਬੰਦਗੀ ਤੋਂ ਹਟਾਉਣ ਲੱਗੀ ਹੈ। ਮੈਂ ਨਹੀਂ ਦੀ ਗੱਲ ਮੰਨਣੀ, ਮੈਂ ਗੁਰੂ ਦੀ ਗੱਲ ਮੰਨਣੀ ਹੈ। ਗੁਰੂ ਦਾ ਸਿੱਖ ਨੂੰ ਹੁਕਮ ਹੈ ਤੂੰ ਭਜਨ ਬੰਦਗੀ ਕਰਨੀ ਹੈ। ਇਹ ਕੋਈ ਗੁਰੂ ਤੋਂ ਵੱਧ ਸਿਆਣਾ ਜਿਹੜਾ ਆਇਆ ਮੈਨੂੰ ਕਹਿਣ? ਕਿਸੇ ਵੀ ਵਿਅਕਤੀ ਨੂੰ ਗੁਰੂ ਤੋਂ ਵੱਧ ਸਿਆਣਾ ਨਹੀਂ ਸਮਝਣਾ, ਕਿਉਂਕਿ ਮਨੁੱਖ ਦੀ ਜਿਹੜੀ ਸੋਚ ਹੈ ਉਹ ਸੀਮਤ ਹੈ। ਪਰਮਾਤਮਾ ਦੀ ਸੋਚ ਤੇ ਵਿਸ਼ਾਲ ਹੈ, ਅਤੇ ਗੁਰ ਪਰਮੇਸ਼ਰ ਇੱਕੋ ਜਾਣ। ਗੁਰੂ ਅਤੇ ਰੱਬ 'ਚ ਕੋਈ ਫਰਕ ਨਹੀਂ ਹੁੰਦਾ, ਦੋਨੋਂ ਵਿਸ਼ਾਲ ਹੁੰਦੇ ਨੇ। ਇਸ ਲਈ ਅਸੀਂ ਗੁਰੂ ਦੀ ਸਿੱਖਿਆ ਗ੍ਰਹਿਣ ਕਰਨੀ, ਕਿਸੇ ਬੰਦੇ ਦੀ ਨਹੀਂ। ਹਾਂ, ਕੋਈ ਬੰਦਾ ਸਾਨੂੰ ਗੁਰੂ ਦੀ ਸਿੱਖਿਆ ਦੇ ਰਿਹਾ ਹੈ, ਸਾਡੇ ਲਈ ਉਹ ਸਤਿਕਾਰਯੋਗ ਹੈ, ਕਿਉਂਕਿ ਸਾਨੂੰ ਗੁਰੂ ਦੀ ਗੱਲ ਸੁਣਾ ਰਿਹਾ ਹੈ, ਉਹਦੇ ਵਿਚਾਰ ਗੁਰਬਾਣੀ ਅਨੁਸਾਰ ਹਨ। ਸਾਨੂੰ ਉਹਨੂੰ ਪਿਆਰ ਕਰਨਾ ਚਾਹੀਦਾ ਹੈ, ਉਹ ਸਾਡਾ ਸਤਸੰਗੀ ਹੈ, ਸਾਨੂੰ ਇਸ ਪਾਸੇ ਜੋੜ ਰਿਹਾ ਹੈ, ਸਾਨੂੰ ਤੋੜ ਨਹੀਂ ਰਿਹਾ, ਸਾਨੂੰ ਰੱਬ ਨਾਲ ਜੋੜ ਰਿਹਾ, ਗੁਰੂ ਨਾਲ ਜੋੜ ਰਿਹਾ ਹੈ। ਇਸ ਲਈ ਅਗਰ ਤੁਹਾਨੂੰ ਕੋਈ ਕਹਿੰਦਾ ਹਟਾਉਂਦਾ ਹੈ ਕੋਈ ਤੁਹਾਨੂੰ, ਤਾਂ ਸਮਝ ਲਓ ਇਹ ਮਾਇਆ ਹੈ, ਸਾਵਧਾਨ ਹੋ ਜਾਓ। ਉਹਦੀ ਗੱਲ ਨਹੀਂ ਮੰਨਣੀ, ਉਹਦੇ ਅੜਿੱਕੇ 'ਚ ਨਹੀਂ ਆਉਣਾ। ਗੁਰੂ 'ਤੇ ਭਰੋਸਾ ਰੱਖਣਾ ਹੈ, ਭਰੋਸਾ ਗੁਰੂ 'ਤੇ ਲਿਆਉਣਾ ਹੈ ਕਿ ਜਿਹੜਾ ਗੁਰੂ ਹੈ ਇਹ ਸਿੱਖ ਦੀ ਹਰ ਥਾਂ 'ਤੇ ਰੱਖਿਆ ਕਰਦਾ ਹੈ। ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਗੁਰੂ ਸਿੱਖ ਦੀ ਪਾਲਣਾ ਪੋਸ਼ਣਾ ਕਰਦਾ ਹੈ। ਇਸ ਲਈ ਸਿੱਖ ਨੇ ਗੁਰੂ 'ਤੇ ਵਿਸ਼ਵਾਸ ਰੱਖਣਾ ਹੈ ਕਿ ਗੁਰੂ ਮੇਰੀ ਪਾਲਣਾ ਪੋਸ਼ਣਾ ਕਰਦੇ ਨੇ। ਗੁਰੂ 'ਤੇ ਸ਼ਰਧਾ ਰੱਖਣੀ ਹੈ, ਗੁਰੂ ਦੀ ਗੱਲ 'ਤੇ ਵਿਸ਼ਵਾਸ ਰੱਖਣਾ ਹੈ, ਗੁਰੂ ਦੀ ਗੱਲ ਨੂੰ ਹੀ ਮੰਨਣਾ ਹੈ, ਤਾਂ ਅਸੀਂ ਆਪਣੇ ਟੀਚੇ 'ਤੇ ਪਹੁੰਚ ਸਕਦੇ ਹਾਂ। ਅੱਗੇ ਕਬੀਰ ਸਾਹਿਬ ਕਹਿੰਦੇ, ਕਬੀਰ ਸੂਖ ਨ ਇਹ ਜੁਗ, ਕਰੈ ਜੋ ਬਹੁਤੈ ਮੀਤ, ਜੋ ਚਿਤ ਰੱਖੈ ਏਕ ਸਿਉ, ਤੇ ਸੁਖ ਪਾਵੈ ਨੀਤ। ਕਬੀਰ ਸਾਹਿਬ ਕਹਿੰਦੇ, ਹੇ ਇਨਸਾਨ, ਸੂਖ ਨ ਇਹ ਜੁਗ, ਕਰੈ ਜੋ ਬਹੁਤੈ ਮੀਤ। ਜੇ ਤੂੰ ਬਹੁਤੇ ਮਿੱਤਰ ਬਣਾ ਲਏਗਾ ਨਾ, ਤੈਨੂੰ ਸੁੱਖ ਨਹੀਂ ਮਿਲਦਾ। ਕਿਤੇ ਕਹੋ ਮੇਰੇ ਬੜੇ ਮਿੱਤਰ ਨੇ ਜੀ। ਯਾਦ ਰੱਖੋ, ਗੁਰਬਾਣੀ ਕਹਿੰਦੇ ਨਾਨਕ ਦੁਖੀਆ ਸਭ ਸੰਸਾਰ। ਜਦੋਂ ਸਾਰਾ ਸੰਸਾਰ ਹੀ ਦੁਖੀ ਹੈ, ਤਾਂ ਜਿਹਨੂੰ ਤੁਸੀਂ ਮਿੱਤਰ ਬਣਾ ਰਹੇ ਹੋ ਉਹ ਵੀ ਦੁਖੀ ਹੈ, ਅਤੇ ਜਿਹੜਾ ਆਪ ਹੀ ਦੁਖੀ ਹੈ ਉਹ ਤੁਹਾਨੂੰ ਸੁਖੀ ਕਿਵੇਂ ਕਰ ਸਕਦਾ? ਸੋਚਣ ਦੀ ਗੱਲ ਤੇ ਆ। ਦੁਖੀ ਬੰਦਾ ਦੂਜੇ ਨੂੰ ਸੁਖੀ ਕਿਵੇਂ ਕਰ ਸਕਦਾ? ਸੁਖੀ ਬੰਦਾ ਤੇ ਦੂਜੇ ਨੂੰ ਸੁਖੀ ਕਰ ਸਕਦਾ, ਉਹਨੂੰ ਢੰਗ ਦੱਸ ਸਕਦਾ ਕਿ ਮੈਂ ਸੁਖੀ ਹਾਂ, ਤੂੰ ਵੀ ਇੰਝ ਕਰ ਲੈ, ਤੂੰ ਵੀ ਸੁਖੀ ਹੋ ਜਾਏਗਾ। ਉਹ ਤਾਂ ਉਹਨੂੰ ਢੰਗ ਦੱਸ ਸਕਦਾ। ਇੱਕ ਅਮੀਰ ਹੈ, ਉਹ ਕਿਸੇ ਗਰੀਬ ਨੂੰ ਢੰਗ ਦੱਸ ਸਕਦਾ ਕਿ ਮੈਂ ਵੀ ਪਹਿਲਾਂ ਮੋਚੀ ਹੁੰਦਾ ਸੀ, ਮੈਂ ਵੀ ਜੁੱਤੀਆਂ ਗੰਢਿਆ ਕਰਦਾ ਸੀ, ਮੈਂ ਇਸ ਤਰ੍ਹਾਂ ਕੀਤਾ, ਹੌਲੀ ਹੌਲੀ ਮੈਂ ਦੁਕਾਨ ਖੋਲ੍ਹ ਲਈ, ਹੌਲੀ ਹੌਲੀ ਬਾਟਾ ਸ਼ੂ ਕੰਪਨੀ ਖੋਲ੍ਹ ਲਈ। ਇਹ ਬਾਟਾ ਸ਼ੂ ਦਾ ਜਿਹੜਾ ਮਾਲਕ ਨੇ ਮੋਚੀ ਸੀ। ਅੱਜ 20,000 ਤੋਂ ਵੱਧ ਉੱਪਰ ਬੰਦਾ ਉਹਦੇ ਅੰਡਰ ਕੰਮ ਕਰਦਾ ਕਾਰਖਾਨੇ 'ਚ। ਬਾਟਾ ਸ਼ੂ ਕੰਪਨੀ ਕਿੰਨੀ ਪ੍ਰਸਿੱਧ ਕੰਪਨੀ, ਮੋਚੀ ਹੁੰਦਾ ਸੀ ਉਹ ਮਾਲਕ। ਇਹੋ ਜਿਹਾ ਤੋਂ ਸਿੱਖਿਆ ਜਾ ਸਕਦਾ,
ਕਿ ਉਹ ਕਿਵੇਂ ਇੰਨੀ ਤਰੱਕੀ ਕਰ ਗਏ ਉਹ। ਜਿਵੇਂ ਸਾਇੰਸਦਾਨਾਂ ਦੇ ਤੁਸੀਂ ਜੀਵਨ ਪੜ੍ਹੋ, ਤੁਹਾਨੂੰ ਪਤਾ ਲੱਗੇਗਾ ਇਹ ਲੋਕ ਕਿਤਨੇ ਮਿਹਨਤੀ ਸਨ, ਆਪਣੀ ਧੁਨ ਦੇ ਪੱਕੇ ਸਨ। ਇਹਨਾਂ ਲੋਕਾਂ ਨੇ, ਬਹੁਤੇ ਸਾਇੰਸਦਾਨ, ਸ਼ਾਦੀਆਂ ਨਹੀਂ ਕਰਾਈਆਂ। ਇਹਨਾਂ ਕੋਲ ਸਮਾਂ ਹੀ ਨਹੀਂ ਸੀ ਗ੍ਰਸਤ ਲਈ। ਇਹ ਸਾਲਾਂ ਬੱਧੀ ਆਪਣੀਆਂ ਖੋਜਾਂ ਕਰਦੇ ਰਹੇ ਅਤੇ ਸੰਸਾਰ ਨੂੰ ਇੰਨਾ ਕੁਝ ਦੇਤਾ ਕਿ ਸਾਡੇ ਜੀਵਨ ਨੂੰ ਇਹਨਾਂ ਸਾਇੰਸਦਾਨਾਂ ਨੇ ਸਵਰਗ ਬਣਾ ਕੇ ਰੱਖਤਾ। ਇਹ ਤਾਂ ਅਸੀਂ ਆਪਣੀ ਮੂਰਖਤਾ ਕਾਰਨ ਨਰਕ ਭੋਗ ਰਹੇ ਹਾਂ। ਸਾਇੰਸਦਾਨਾਂ ਤਾਂ ਇੰਨੀਆਂ ਕਾਢਾਂ ਕੱਢ ਕੇ ਸਾਨੂੰ ਸਵਰਗ ਸਾਡੇ ਸਾਹਮਣੇ ਪੇਸ਼ ਕਰਤਾ। ਅਸੀਂ ਆਪਣੀ ਮੂਰਖਤਾ ਕਰਨ ਉਸ ਸਵਰਗ ਨੂੰ ਨਰਕ 'ਚ ਬਦਲ ਰਹੇ ਹਾਂ, ਉਸ ਨੂੰ ਨਰਕ 'ਚ ਬਦਲ ਰਹੇ ਹਾਂ। ਸਾਇੰਸਦਾਨਾਂ ਦੇ ਜੀਵਨ ਪੜ੍ਹੋ, ਭਗਤਾਂ ਦੇ ਜੀਵਨ ਪੜ੍ਹੋ, ਸੰਤਾਂ ਦੇ ਜੀਵਨ ਪੜ੍ਹੋ, ਗੁਰੂਆਂ ਦੇ ਜੀਵਨ ਪੜ੍ਹੋ, ਫਿਰ ਤੁਹਾਨੂੰ ਪਤਾ ਲੱਗੇ ਨਾ ਕਿੰਨੀ ਮਿਹਨਤ ਲੋਕਾਂ ਨੇ ਕੀਤੀ। ਭਗਤ ਸੰਤ ਮਹਾਤਮਾ ਸਾਲਾਂ ਬੱਧੀ ਲੱਗੇ ਰਹੇ, ਤਾਂ ਜਾ ਕੇ ਕਿਤੇ ਪ੍ਰਾਪਤੀ ਹੁੰਦੀ ਹੈ। ਇਹ ਠੂੰ ਠੱਪ ਜੀ ਕਰਨ ਨਾਲ ਗੱਲ ਨਹੀਂ ਬਣਿਆ ਕਰਦੇ। ਹਾਂ, ਅੱਜ ਵਿਦਿਆਰਥੀ ਕਿਉਂ ਨਹੀਂ ਕਾਮਯਾਬ ਹੋ ਰਹੇ? ਨਾ ਸਕੂਲਾਂ 'ਚ ਡਰ ਰਿਹਾ, ਨਾ ਕਾਲਜ ਦੇ ਵਿੱਚ ਡਰ ਕਿਸ ਦਾ ਰਿਹਾ। ਡਰ ਤੋਂ ਬਿਨਾਂ ਕਦੇ ਪੜ੍ਹਾਈ ਹੁੰਦੀ ਹੈ? ਡਰ ਤੋਂ ਬਿਨਾਂ ਕੋਈ ਕੰਮ ਨਹੀਂ ਹੋਇਆ ਕਰਦਾ। ਅਗਰ ਤੁਸੀਂ ਲਾਲ ਬੱਤੀ ਹੈਗੀ, ਤੁਸੀਂ ਲਾਲ ਬੱਤੀ ਤੋਂ ਨਹੀਂ ਡਰਦੇ। ਉਹ ਜਿਹੜੇ ਉੱਥੇ ਪੁਲਿਸ ਵਾਲੇ ਖੜ੍ਹੇ, ਤੁਸੀਂ ਉਸ ਤੋਂ ਡਰ ਕੇ ਰੁਕਦੇ ਹੋ। ਜੇ ਬਾਈ ਚਾਂਸ ਪੁਲਿਸ ਵਾਲਾ ਉੱਥੇ ਨਾ, ਤੁਸੀਂ ਲਾਲ ਬੱਤੀ ਵਿੱਚੋਂ ਹੀ ਲੰਘ ਜਾਓ। ਮੈਂ ਦਾਅਵੇ ਨਾਲ ਕਹਿਣਾ, ਇਹ ਬੰਦਾ ਡਰ ਕਰਕੇ ਠੀਕ ਹੈ। ਇਹ ਉਂਝ ਕੋਈ ਠੀਕ ਠੂਕ ਨਹੀਂ ਹੈਗਾ ਕਿਤੇ ਤੁਸੀਂ ਸਮਝੋ ਵੀ ਬੰਦਾ ਚੰਗਾ ਹੈ। ਇਹ ਚੰਗਾ ਚੁੰਗਾ ਕੋਈ ਨਹੀਂ ਹੈ, ਇਹ ਤਾਂ ਛਿੱਤਰਾਂ ਕਰਕੇ ਠੀਕ ਹੈ। ਕਿਸੇ ਨੂੰ ਪੁਲਿਸ ਦਾ ਡਰ ਹੈ, ਸਰਕਾਰ ਨਾ ਪੁਲਿਸ ਹੈ। ਕਿਸੇ ਨੂੰ ਮਾਂ ਪਿਓ ਦਾ ਡਰ ਹੈ, ਕਿਸੇ ਨੂੰ ਟੀਚਰ ਦਾ ਡਰ ਹੈ, ਕਿਸੇ ਨੂੰ ਸਮਾਜ ਦਾ ਡਰ ਹੈ। ਇਸ ਕਰਕੇ ਥੋੜ੍ਹੇ ਜਿਹੇ ਠੀਕ ਨੇ। ਆ ਜਿਹੜੇ ਲੁੱਚੇ ਲਫੰਗੇ ਹੁੰਦੇ ਨੇ, ਇਹ ਕਿਸੇ ਤੋਂ ਨਹੀਂ ਡਰਦੇ, ਇਸ ਲਈ ਲੁੱਚੇ ਲਫੰਗੇ ਹੋ ਗਏ ਨੇ। ਜਿਹੜਾ ਕਿਸੇ ਤੋਂ ਨਾ ਡਰੇ ਉਹ ਹਮੇਸ਼ਾ ਲੁੱਚਾ ਲਫੰਗਾ ਹੋਊਗਾ, ਯਾਦ ਰੱਖਿਓ। ਉਹ ਕਦੇ ਸਾਊ ਨਹੀਂ ਹੋਵੇਗਾ, ਉਹ ਲੁੱਚਾ ਲਫੰਗਾ ਹੋਏਗਾ। ਕਿਉਂ ਡਰਦਾ ਨਹੀਂ ਕਿਸੇ ਤੋਂ? ਚੋਰ ਹੈ, ਕੁੱਟ ਵੀ ਖਾਈ ਜਾਏਗਾ, ਜੇਲ੍ਹ ਵੀ ਜਾਏਗਾ, ਜਦੋਂ ਛੁੱਟ ਕੇ ਆਏਗਾ ਫਿਰ ਚੋਰੀ ਕਰੇਗਾ। ਮੈਂ ਨਸ਼ੇ ਵੇਚਣ ਵਾਲਿਆਂ ਨੂੰ ਦੇਖਿਆ, ਪੁਲਿਸ ਦੀ ਕੁੱਟ ਖਾਧੀ, ਪੈਸੇ ਵੀ ਦਿੱਤੇ, 10 ਸਾਲ ਜੇਲ੍ਹ ਵੀ ਭੋਗੀ, ਆ ਕੇ ਫਿਰ ਨਸ਼ੇ ਵੇਚ ਰਹੇ ਨੇ। ਨਹੀਂ ਹਟਦੇ, ਨਹੀਂ ਹਟਦੇ। ਡਰ ਨਹੀਂ ਹੈ। ਡਰ ਤੋਂ ਬਿਨਾਂ ਨਹੀਂ ਗੱਲ ਬਣਿਆ ਕਰਦੀ। ਜੋ ਸਿੱਖ ਨੂੰ ਹਮੇਸ਼ਾ ਗੁਰੂ ਦੇ ਭੈ 'ਚ ਰਹਿਣਾ ਚਾਹੀਦਾ, ਪਰਮਾਤਮਾ ਦੇ ਭੈ 'ਚ ਰਹਿਣਾ ਚਾਹੀਦਾ ਹੈ। ਮੇਰੀ ਪ੍ਰਾਈਵੇਟ ਲਾਈਫ ਨੂੰ ਲੋਕ ਨਹੀਂ ਵੇਖ ਸਕਦੇ। ਉਹੀ ਮੈਨੂੰ ਜਾਣ ਸਕਦਾ ਜਿਹੜਾ 24 ਘੰਟੇ ਮੇਰੇ ਕੋਲ ਘੱਟ ਤੋਂ ਘੱਟ 6 ਮਹੀਨੇ ਰਹੇ। ਉਸ ਨੂੰ ਤਾਂ ਪਤਾ ਲੱਗ ਸਕਦਾ ਕਿ ਮੈਂ ਅਸਲ ਵਿੱਚ ਕੀ ਹਾਂ। ਜਿਹੜਾ ਆਇਆ ਮਿਲ ਕੇ ਚਲਿਆ ਗਿਆ ਹੈ, ਉਹਨੂੰ ਕੀ ਪਤਾ ਮੈਂ ਅਸਲ 'ਚ ਕੀ ਹਾਂ। ਪਰ ਗੁਰੂ ਅਤੇ ਪਰਮਾਤਮਾ ਨੂੰ ਤਾਂ ਪਤਾ ਨਾ ਮੈਂ ਕੀ ਹਾਂ। ਜਿਸ ਨੇ ਮੇਰੇ ਕਰਮ ਲਿਖਣੇ ਨੇ, ਜਿਸ ਨੇ ਮੇਰੀ ਕਿਸਮਤ ਲਿਖਣੀ ਹੈ, ਜਿਹਨੇ ਮੇਰੇ ਕਰਮਾਂ ਦਾ ਹਿਸਾਬ ਕਰਨਾ, ਉਹ ਤਾਂ ਮੈਨੂੰ ਵੇਖ ਰਿਹਾ ਨਾ। ਪਰ ਨਾ ਕੋਈ ਗੁਰੂ ਤੋਂ ਡਰਦਾ, ਨਾ ਕੋਈ ਰੱਬ ਤੋਂ ਡਰਦਾ। ਜੇ ਗੁਰੂ ਤੋਂ ਡਰਦੇ ਹੁੰਦੇ ਤਾਂ ਗੁਰੂ ਦੀ ਗੋਲਕ ਗਿਣਦਿਆਂ ਹੋਏ ਪੈਸੇ ਕਿਉਂ ਜੇਬਾਂ 'ਚ ਪਾ ਲੈਂਦੇ ਹੈ? ਮਜਬੂਰ ਹੋ ਕੇ ਪ੍ਰਬੰਧਕਾਂ ਨੂੰ ਕੈਮਰੇ ਲਾਉਣੇ ਪੈ ਗਏ। ਜਿਸ ਕਮਰੇ 'ਚ ਨੋਟ ਗਿਣਨੇ, ਭਾਣ ਗਿਣ ਰਹੇ ਨੇ, ਉੱਥੇ ਕੈਮਰਾ ਲੱਗਾ ਹੁੰਦਾ ਵੀ ਕੋਈ 500 ਦਾ ਜਾਂ 2000 ਦਾ ਨੋਟ ਜੇਬ ਤਾਂ ਨਹੀਂ ਪਾ ਰਿਹਾ। ਇੱਕ ਦੁਕਾਨਦਾਰ ਮੈਨੂੰ ਕਹਿੰਦਾ, ਇੱਕ ਬੰਦਾ 15 ਦਿਨਾਂ ਬਾਅਦ ਮੈਨੂੰ 500 ਰੁਪਈਆ ਦੇ ਜਾਂਦਾ, ਕਹਿੰਦਾ ਆਹ ਰੱਖ ਲਿਓ ਜੀ, ਮੈਂ ਘੰਟੇ ਨੂੰ ਤੁਹਾਡੇ ਤੋਂ ਲੈ ਲਾਂਗਾ। ਮੈਂ ਪਤਾ ਕੀਤਾ ਵੀ ਇਹ 500 ਹੀ ਕਿਉਂ ਦੇ ਕੇ ਜਾਂਦਾ ਹਰ ਵਾਰੀ? ਇਹ ਆਪਣੀ ਜੇਬ 'ਚ ਕਿਉਂ ਨਹੀਂ ਰੱਖਦਾ? ਮੈਨੂੰ ਕਿਉਂ ਦੇ ਕੇ ਜਾਂਦਾ? ਪਤਾ ਲੱਗਾ ਵੀ ਇਹਦੀ ਡਿਊਟੀ ਗੋਲਕ ਗਿਣਨ 'ਤੇ ਹੈ। ਇਹ 500 ਰੁਪਈਆ ਉੱਥੋਂ ਚੁਰਾ ਕੇ ਨਾ ਪਿਸ਼ਾਬ ਕਰਨ ਦੇ ਬਹਾਨੇ ਬਾਹਰ ਆ ਗਿਆ ਹੈ ਅਤੇ ਮੈਨੂੰ 500 ਦੇ ਗਿਆ ਵੀ ਕਿਤੇ ਉੱਥੇ ਤਲਾਸ਼ੀ ਨਾ ਹੋ ਜਾਏ, ਮੈਂ ਜਾਂਦਾ ਲੈ ਜਾਵਾਂਗਾ।
ਅੱਗੇ ਮੈਂ ਜਦ ਮੈਨੂੰ ਪਤਾ ਲੱਗਾ, ਮੈਂ ਕਿਹਾ ਮੈਂ ਨਹੀਂ ਤੇਰਾ 500 ਰੱਖਦਾ, ਆਪਣੇ ਕੋਲ ਰੱਖ। ਇਹਦਾ ਮਤਲਬ ਕਿਸੇ ਗੁਰੂ ਦਾ ਡਰ ਨਹੀਂ ਹੈ। ਇਹ ਗੁਰੂ ਦੀ ਗੋਲਕ ਹੈ, ਕਿਸੇ ਬੰਦੇ ਦੇ ਪੈਸੇ ਤਾਂ ਨਹੀਂ ਹੈਗੇ। ਜਿੰਨਾ ਚਿਰ ਪੈਸੇ ਮੇਰੀ ਜੇਬ ਸਨ, ਮੇਰੇ ਸਨ, ਜਦੋਂ ਮੈਂ ਗੋਲਕ ਪਾਤੇ ਗੁਰੂ ਦੇ ਹੋ ਗਏ। ਅਤੇ ਜਿਹੜਾ ਸਿੱਖ ਗੁਰੂ ਦੀ ਹੀ ਚੋਰੀ ਕਰੇ, ਦੱਸੋ ਉਹਨੂੰ ਕਿਤੇ ਕੋਈ ਓਟ ਆਸਰਾ ਕਿਤੇ ਮਿਲੇਗਾ? ਤੁਸੀਂ ਆਪ ਹੀ ਸੋਚੋ। ਗੁਰੂ ਕਹੇਗਾ ਤੂੰ ਤਾਂ ਮੈਨੂੰ ਨਹੀਂ ਛੱਡਿਆ, ਤੈਨੂੰ ਮੈਂ ਕਿਵੇਂ ਛੱਡਾਂ, ਤੈਨੂੰ ਮੈਂ ਕਿਵੇਂ ਬਚਾਵਾਂ, ਤੈਨੂੰ ਮੈਂ ਜਮਦੂਤਾਂ ਤੋਂ ਨਹੀਂ ਬਚਾ ਸਕਦਾ, ਤੂੰ ਤਾਂ ਮੈਨੂੰ ਹੀ ਨਹੀਂ ਛੱਡਿਆ, ਤੂੰ ਤਾਂ ਮੇਰੇ ਹੀ ਪੈਸੇ ਲੈ ਗਏ। ਜਿਹੜੇ ਗੋਲਕ 'ਚ ਪੈਸੇ ਪੈ ਗਏ ਉਹ ਗੁਰੂ ਦੇ ਰਹਿ ਗਏ, ਸਾਡੇ ਤੁਹਾਡੇ ਨਹੀਂ ਰਹੇ। ਸਾਡੇ ਤੁਹਾਡੇ ਉਹਨਾਂ ਚਿਰ ਹੀ ਸਨ ਜਿਹੜੇ ਸਾਡੀ ਜੇਬ ਸਨ। ਜਦੋਂ ਅਸੀਂ ਗੋਲਕ 'ਚ ਪਾਤੇ ਤਾਂ ਗੁਰੂ ਦੇ ਹੋ ਗਏ, ਅਤੇ ਗੁਰੂ ਦੇ ਪੈਸੇ ਚੱਕੀ ਜਾਂਦੇ ਨੇ। ਜਦੋਂ ਹਿਸਾਬ ਕਿਤਾਬ ਬਣਾ ਫਿਰ ਪਤਾ ਲੱਗਣਾ ਕੀ ਬੀਤਦੀ ਹੈ। ਹਾਂਜੀ, ਕੀ ਬੀਤਦੀ ਹੈ। ਡਰ ਨਹੀਂ ਹੈ। ਮੈਂ ਦੇਖਿਆ ਨਾ ਕਿਸੇ ਨੂੰ ਗੁਰੂ ਦਾ ਡਰ ਹੈ, ਨਾ ਕਿਸੇ ਨੂੰ ਕੋਈ ਰੱਬ ਦਾ ਡਰ ਹੈ। ਅਤੇ ਜਿਹੜਾ ਵਾਕਈ ਗੁਰੂ ਤੋਂ ਡਰਦਾ ਹੈ ਉਹਨੇ ਇੱਕ ਦਿਨ ਸੰਤ ਬਣ ਜਾਣਾ, ਉਹ ਬ੍ਰਹਮ ਗਿਆਨੀ ਹੋ ਜਾਏਗਾ, ਹਰ ਹਾਲਤ 'ਚ ਹੋ ਜਾਏਗਾ, ਕਿਉਂਕਿ ਕੁਝ ਵੀ ਮਾੜਾ ਨਹੀਂ ਕਰੇਗਾ। ਜਿਹੜਾ ਗੁਰੂ ਤੋਂ ਜਾਂ ਰੱਬ ਤੋਂ ਡਰਦਾ ਹੈ ਉਹ ਗਲਤ ਕੰਮ ਕਰੇਗਾ ਹੀ ਨਹੀਂ। ਨਾ ਉਹ ਗਲਤ ਕੰਮ ਕਰੇ, ਫਿਰ ਉਹ ਗੁਰੂ ਤੋਂ ਡਰਦਾ ਹੈ ਵੀ ਤੂੰ ਵਿਹਲਾ ਬੈਠਾ ਨਾਮ ਨਹੀਂ ਜਪਦਾ, ਫਿਰ ਨਾ ਡਰਦਾ ਨਾਮ ਵੀ ਜਪੇਗਾ। ਵੀ ਵਿਹਲਾ ਬੈਠਾ ਨਾਮ ਜਪੋ। ਅਤੇ ਜਿਹੜਾ ਬੰਦਾ ਸਹੀ ਕਰਮ ਕਰਦਾ ਅਤੇ ਨਾਲ ਨਾਮ ਜਪਦਾ, ਇੱਕ ਦਿਨ ਉਹਨੇ ਰੱਬ ਨੂੰ ਪ੍ਰਾਪਤ ਕਰ ਹੀ ਲੈਣਾ, ਕਰ ਹੀ ਲੈਣਾ। ਸੋ ਕਬੀਰ ਸਾਹਿਬ ਕਹਿੰਦੇ ਬਹੁਤੇ ਦੋਸਤ ਬਣਾ ਕੇ ਨਾ ਸੁੱਖ ਨਹੀਂ ਮਿਲਦਾ। ਕਿਤੇ ਕਹੋ ਜੀ ਬਹੁਤੇ ਦੋਸਤ ਬਣਾ ਲਓ ਜੀ ਸੁੱਖ ਮਿਲੇਗਾ। ਇੱਕ ਨੇ ਮਾੜਾ ਕੰਮ ਕੀਤਾ, ਤੁਹਾਡੀ ਉਹਦੇ ਨਾਲ ਦੋਸਤ ਹੈ, ਤੁਹਾਨੂੰ ਵੀ ਉਹਦੇ ਨਾਲ ਜਾਣਾ ਪਏਗਾ। ਉਹ ਕਿਸੇ ਨਾਲ ਲੜ ਪਿਆ, ਤੁਹਾਨੂੰ ਮੋਬਾਈਲ ਕਰਤਾ, ਆਈ ਜਰਾ ਦੋਸਤ ਹੋਣ ਦੇ ਨਾਤੇ ਤੁਸੀਂ ਵੀ ਗਏ, ਤੁਸੀਂ ਵੀ ਲੜਾਈ 'ਚ ਸ਼ਾਮਲ ਹੋ ਗਏ, ਅਤੇ ਪੁਲਿਸ ਵਾਲੇ ਤੁਹਾਨੂੰ ਵੀ ਫੜ ਕੇ ਲੈ ਗਏ ਅਤੇ ਉਹਨੂੰ ਵੀ ਫੜ ਕੇ ਲੈ ਗਏ। ਬਣਾ ਲੈ ਦੋਸਤ, ਬਣਾ ਲੈ ਦੋਸਤ। ਕਹਿੰਦੇ ਮਤ ਸੋਚੋ ਕਿ ਮੇਰੇ ਬਹੁਤੇ ਦੋਸਤ ਨੇ ਅਤੇ ਮੈਨੂੰ ਸੁੱਖ ਮਿਲੇਗਾ। ਵੀ ਸੂਖ ਨ ਇਹ ਜੁਗ ਕਰੈ ਜੋ ਬਹੁਤੈ ਮੀਤ, ਜੋ ਚਿਤ ਰੱਖੈ ਏਕ ਸਿਉ ਸੇ ਸੁਖ ਪਾਵੈ ਨੀਤ। ਜਿਹੜੇ ਇੱਕ ਪਰਮਾਤਮਾ ਨਾਲ ਚਿੱਤ ਜੋੜੀ ਰੱਖਦੇ ਨੇ, ਅਸਲ 'ਚ ਸਦਾ ਸੁੱਖ ਤਾਂ ਉਹਨਾਂ ਨੂੰ ਮਿਲਦਾ। ਨੀਤ ਮੈਨੇ ਹਮੇਸ਼ਾ, ਉਹਨਾਂ ਨੂੰ ਹਮੇਸ਼ਾ ਦਾ ਸੁੱਖ ਮਿਲਦਾ ਜਿਹੜੇ ਪਰਮਾਤਮਾ ਨੂੰ ਹਮੇਸ਼ਾ ਚਿੱਤ 'ਚ ਰੱਖਦੇ ਨੇ, ਜਿਹੜੇ ਪਰਮਾਤਮਾ ਨੂੰ ਦੋਸਤ ਬਣਾਉਂਦੇ ਨੇ। ਜਿਹੜੇ ਪਰਮਾਤਮਾ ਨੂੰ ਦੋਸਤ ਬਣਾਉਂਦੇ, ਸੁੱਖ ਤਾਂ ਉਹਨਾਂ ਨੂੰ ਮਿਲਦਾ ਹੈ। ਸੰਸਾਰਿਕ ਦੋਸਤਾਂ ਦਾ ਸੁੱਖ ਨਹੀਂ ਮਿਲਿਆ ਕਰਦਾ। ਪਰਮਾਤਮਾ ਦੀ ਦੋਸਤੀ ਦਾ ਸਦਾ ਲਈ ਸੁੱਖ ਮਿਲਦਾ ਹੈ, ਲੋਕ 'ਚ ਵੀ ਪਰਲੋਕ 'ਚ ਵੀ ਮਿਲਦਾ ਹੈ। ਇਸ ਲਈ ਕਹਿੰਦੇ ਜੋ ਚਿੱਤ ਰੱਖੈ ਏਕ ਸਿਉ, ਜਿਹੜੇ ਇੱਕ ਦੇ ਨਾਲ ਚਿੱਤ ਲਾ ਕੇ ਰੱਖਦੇ ਨਾ, ਸੇ ਸੁਖ ਪਾਵੇਂ ਨੀਤ, ਉਹਨਾਂ ਨੂੰ ਹਮੇਸ਼ਾ ਦਾ ਸੁੱਖ ਪ੍ਰਾਪਤ ਹੁੰਦਾ ਹੈ, ਉਹ ਸਦਾ ਸੁਖੀ ਰਹਿੰਦੇ ਹਨ। ਸੋ ਮਿੱਤਰ ਬਣਾਉਣਾ ਪਰਮਾਤਮਾ ਨੂੰ ਬਣਾਉਣਾ ਹੈ, ਮਾਂ ਬਣਾਉਣੀ ਹੈ ਪਰਮਾਤਮਾ ਨੂੰ ਬਣਾਉਣਾ ਹੈ, ਪਿਤਾ ਬਣਾਉਣਾ ਪਰਮਾਤਮਾ ਨੂੰ ਬਣਾਉਣਾ ਹੈ, ਭਰਾ ਬਣਾਉਣਾ ਪਰਮਾਤਮਾ ਨੂੰ ਬਣਾਉਣਾ, ਮਿੱਤਰ ਬਣਾਉਣਾ ਪਰਮਾਤਮਾ ਨੂੰ ਬਣਾਉਣਾ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭਉ ਕਿਹਾ ਕਾੜਾ ਜੀ। ਫਿਰ ਮੈਨੂੰ ਕਦੇ ਕਦੀ ਚਿੰਤਾ, ਹੇ ਪ੍ਰਭੂ ਤੂੰ ਹੀ ਮੇਰਾ ਮਾਂ ਹੈ, ਤੂੰ ਹੀ ਮੇਰਾ ਬਾਪ ਹੈ, ਤੂੰ ਹੀ ਮੇਰਾ ਭਰਾ ਹੈ, ਤੂੰ ਹੀ ਮੇਰਾ ਰਿਸ਼ਤੇਦਾਰ ਹੈ। ਮੈਨੂੰ ਕਦੇ ਕਦੀ ਚਿੰਤਾ, ਮੈਨੂੰ ਕਦੀ ਚਿੰਤਾ। ਰੱਬ ਨੂੰ ਜਦੋਂ ਬਾਪ ਬਣਾਉਣਾ, ਆਪਣੇ ਬਾਪ ਨੂੰ ਛੱਡ ਨਹੀਂ ਦੇਣਾ। ਚੱਲ ਚੱਲ ਬਾਪੂ, ਤੂੰ ਮੇਰਾ ਕੋਈ ਬਾਪੂ ਨਹੀਂ, ਮੇਰਾ ਰੱਬ ਬਾਪੂ। ਇਹ ਭਾਵ ਨਹੀਂ ਹੈ ਕਿਤੇ ਲੜ ਪਓ ਘਰ ਜਾ ਕੇ, ਬਾਬਾ ਜੀ ਅੱਜ ਕਿ ਹੈ ਰੱਬ ਨੂੰ ਬਾਪ ਬਣਾਓ, ਅਤੇ ਕਿਤੇ ਮਾਂ ਨਾਲ ਲੜ ਪਓ, ਚੱਲ ਚੱਲ ਤੂੰ ਮੇਰੀ ਕੋਈ ਮਾਂ ਨਹੀਂ, ਮੇਰੀ ਮਾਂ ਰੱਬ ਹੈ। ਇਹ ਭਾਵ ਨਹੀਂ ਹੈ। ਭਾਵਨਾ ਲਿਆਉਣੀ ਹੈ ਜੀ। ਜੋ ਤੁਸੀਂ ਭਾਵਨਾ ਰੱਖੋਗੇ ਕਿ ਪਰਮਾਤਮਾ ਮੇਰਾ ਪਿਤਾ ਹੈ, ਉਹ ਪਿਤਾ ਬਣ ਕੇ ਤੁਹਾਡੀ ਪਾਲਣਾ ਕਰੇਗਾ। ਭਾਵਨਾ ਰੱਖੋ ਪਰਮਾਤਮਾ ਮੇਰੀ ਮਾਂ ਹੈ, ਅਤੇ ਮਾਂ ਦੇਖੋ ਬੱਚੇ ਨੂੰ ਕਿੰਨਾ ਪਿਆਰ ਕਰਦੀ ਹੈ, ਇਸ ਤਰ੍ਹਾਂ ਪਰਮਾਤਮਾ ਵੀ ਕਰੇਗਾ। ਤੁਸੀਂ ਸਮਝੇ ਪਰਮਾਤਮਾ ਮੇਰਾ ਭਰਾ ਹੈ, ਭਰਾ ਭਰਾ ਦੇ ਕੰਮ ਆਉਂਦਾ ਨਾ, ਭਰਾ ਭਰਾ ਦੇ ਕੰਮ ਆਉਂਦਾ ਹੈ।
ਇਸ ਲਈ ਪਰਮਾਤਮਾ ਭਰਾ ਬਣ ਕੇ ਵੀ ਸਹਾਇਤਾ ਕਰੇਗਾ। ਬੰਧੂ ਰਿਸ਼ਤੇਦਾਰ ਵੀ ਔਖੇ ਸੌਖੇ ਵੇਲੇ ਆ ਜਾਂਦੇ ਨੇ, ਇਕੱਠੇ ਹੋ ਜਾਂਦੇ ਨੇ। ਪਰਮਾਤਮਾ ਵੀ ਰਿਸ਼ਤੇਦਾਰ ਬਣ ਕੇ ਸਾਡੀ ਸਹਾਇਤਾ ਕਰੇਗਾ। ਇਸ ਲਈ ਅਸਲੀ ਪਿਆਰ ਪਰਮਾਤਮਾ ਨਾਲ ਹੀ ਪਾਉਣਾ ਹੈ। ਲੋਗਨ ਸਿਓ ਮੇਰਾ ਠਾਠਾ ਬਾਗਾ, ਲੋਕਾਂ ਨਾਲ ਠੀਕ ਹੈ ਵਰਤ ਵਿਹਾਰ ਰੱਖਣਾ ਹੈ, ਉੱਪਰੋਂ ਉੱਪਰੋਂ, ਅੰਦਰੋਂ ਪਿਆਰ ਰੱਬ ਨੂੰ ਕਰਨਾ ਹੈ। ਸੋ ਅੱਗੇ ਕਬੀਰ ਸਾਹਿਬ ਕਹਿੰਦੇ, ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਕਬੀਰ ਸਾਹਿਬ ਕਹਿੰਦੇ ਜਿਸ ਮੌਤ ਤੋਂ ਸੰਸਾਰ ਡਰਦਾ ਨਾ, ਮੇਰੇ ਮਨ 'ਤੇ ਆਨੰਦ ਹੈ। ਮੈਂ ਨਹੀਂ ਮੌਤ ਤੋਂ ਡਰਦਾ, ਮੈਨੂੰ ਮੌਤ ਤੋਂ ਕੋਈ ਡਰ ਨਹੀਂ ਲੱਗਦਾ। ਲੋਕ ਮੌਤ ਤੋਂ ਡਰਦੇ ਨੇ, ਪਰ ਮੇਰੇ ਮਨ 'ਤੇ ਆਨੰਦ ਹੈ, ਕਿਉਂਕਿ ਮੈਨੂੰ ਗਿਆਨ ਹੋ ਗਿਆ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਪੂਰਨ ਪਰਮ ਆਨੰਦ ਦੀ ਪ੍ਰਾਪਤੀ ਤਾਂ ਮਰਨ ਤੋਂ ਬਾਅਦ ਹੀ ਹੁੰਦੀ ਹੈ। ਅਤੇ ਇੱਥੇ ਮਰਨ ਦਾ ਭਾਵ ਸਰੀਰ ਦਾ ਮਰਨਾ ਨਹੀਂ ਹੈ, ਜਿਉਂਦੇ ਜੀ ਮਰਨਾ। ਆਪਣੇ ਅੰਦਰ ਹਉਮੈ ਨੂੰ ਖਤਮ ਕਰ ਦੇਣਾ, ਆਪਣੇ ਅੰਦਰ ਮਾਇਆ ਦੇ ਮੋਹ ਨੂੰ ਖਤਮ ਕਰ ਦੇਣਾ ਹੀ ਜਿਉਂਦੇ ਮਰਨਾ ਹੈ। ਅਤੇ ਜਿਹਨੂੰ ਜਿਉਂਦਿਆਂ ਮਰਨਾ ਆ ਜਾਏ ਨਾ, ਉਹ ਮੌਤ ਤੋਂ ਨਹੀਂ ਡਰਿਆ ਕਰਦਾ। ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨਾ, ਉਹ ਤਾਂ ਮਰ ਜੀਵੜੇ ਸਨ, ਉਹ ਤਾਂ ਜਿਉਂਦਿਆਂ ਹੋਏ ਮਰੇ ਹੋਏ ਸਨ। ਉਹਨਾਂ ਦੇ ਅੰਦਰ ਮੌਤ ਦਾ ਡਰ ਹੀ ਖਤਮ ਹੋ ਗਿਆ ਸੀ। ਕਿਉਂ? ਮੌਤ ਦਾ ਡਰ ਹੀ ਸਭ ਤੋਂ ਵੱਡਾ ਡਰ ਹੁੰਦਾ ਹੈ। ਸਭ ਤੋਂ ਵੱਡਾ ਡਰ ਮੌਤ ਦਾ ਹੁੰਦਾ ਹੈ। ਜਿਹੜੇ ਜਿਉਂਦੇ ਹੀ ਮਰੇ ਹੋਏ ਨੇ, ਉਹਨਾਂ ਨੂੰ ਕੌਣ ਮਾਰ ਸਕਦਾ? ਉਹਨਾਂ ਨੂੰ ਕੌਣ ਮਾਰ ਸਕਦਾ? ਇਸ ਲਈ ਮੌਤ ਤੋਂ ਨਹੀਂ ਡਰਦੇ, ਕਿਉਂਕਿ ਉਹਨਾਂ ਨੇ ਆਪਣੇ ਅੰਦਰੋਂ ਹਉਮੈ ਖਤਮ ਕਰ ਲਈ ਹੁੰਦੀ ਹੈ। ਜਿਉਂ ਹੀ ਅੰਦਰੋਂ ਹਉਮੈ ਖਤਮ ਹੁੰਦੀ, ਪਰਮਾਤਮਾ ਅੰਦਰ ਪ੍ਰਵੇਸ਼ ਕਰ ਜਾਂਦਾ ਹੈ। ਅਤੇ ਜਿਹਦੇ ਹਿਰਦੇ 'ਚ ਪਰਮਾਤਮਾ ਬੈਠਾ, ਭਲਾ ਉਹ ਕਿਸੇ ਤੋਂ ਡਰਦਾ ਕੋਈ? ਉਹ ਨਾ ਦੁਸ਼ਮਣ ਤੋਂ ਡਰੇ, ਨਾ ਕਿਸੇ ਤਸੀਹਿਆਂ ਤੋਂ ਡਰੇ, ਨਾ ਕਿਸੇ ਮੌਤ ਤੋਂ ਡਰੇ। ਉਹ ਨਹੀਂ ਡਰਦਾ, ਕਿਉਂਕਿ ਉਹਦੇ ਅੰਦਰ ਪਰਮਾਤਮਾ ਪ੍ਰਵੇਸ਼ ਕਰ ਗਿਆ ਹੈ। ਉਹਨੇ ਆਪਣੀ ਹਉਮੈ ਨੂੰ ਮਾਰ ਲਿਆ ਹੈ। ਇਸ ਲਈ ਕਬੀਰ ਸਾਹਿਬ ਕਹਿੰਦੇ ਇਹ ਮਰਨ 'ਤੇ ਹੀ ਪੂਰਨ ਪਰਮਾਨੰਦ ਦੀ ਪ੍ਰਾਪਤੀ ਹੁੰਦੀ ਹੈ। ਜਿਉਂਦੇ ਜੀ ਮਰਨਾ, ਸਰੀਰ ਕਰਕੇ ਤਾਂ ਸਾਰੇ ਹੀ ਮਰਨਾ, ਉਹ ਤਾਂ ਮਰਨਾ ਹੀ ਮਰਨਾ। ਰਾਮ ਗਏ, ਰਾਵਣ ਗਏ, ਉਹ ਤਾਂ ਨਾ ਚੰਗੇ ਨੇ ਰਹਿਣਾ, ਨਾ ਮੰਦੇ ਨੇ ਰਹਿਣਾ। ਜਿਉਂਦੇ ਜੀ ਮਰਨਾ, ਜਿਉਂਦੇ ਜੀ ਅੰਦਰੋਂ ਹਉਮੈ ਛੱਡ ਦੇਣੀ ਹੈ। ਜਿਉਂ ਹੀ ਹਉਮੈ ਨਿਕਲਦੀ ਹੈ, ਕੋਈ ਚੰਗਾ ਕਹੋ ਮੰਦਾ ਕਹੋ, ਅਸਰ ਹੀ ਕੋਈ ਨਹੀਂ ਹੁੰਦਾ। ਕੋਈ ਅਸਰ ਨਹੀਂ ਮਨ 'ਤੇ ਹੁੰਦਾ, ਕਿਉਂਕਿ ਜਿਹੜੀ ਸਾਡੀ ਹਉਮੈ ਹੈ, ਜਦੋਂ ਸਾਨੂੰ ਕੋਈ ਮੰਦਾ ਕਹਿੰਦਾ, ਸਾਡੀ ਅੰਦਰਲੀ ਹਉਮੈ ਨੂੰ ਸੱਟ ਵੱਜਦੀ ਹੈ, ਅਸੀਂ ਦੁਖੀ ਹੁੰਦੇ ਹਾਂ। ਜਦੋਂ ਕੋਈ ਸਾਡੀ ਵਡਿਆਈ ਕਰਦਾ, ਸਾਡੀ ਅੰਦਰਲੀ ਹਉਮੈ ਖੁਸ਼ ਹੁੰਦੀ ਹੈ। ਹੁਣ ਪੱਠੇ ਪੈਂਦੇ ਨੇ, ਖੁਸ਼ ਹੁੰਦੇ ਹੈ। ਹਉਮੈ ਹੀ ਨਹੀਂ ਅਤੇ ਸੱਟ ਕਿਹਨੂੰ ਵੱਜਣੀ ਹੈ ਅਤੇ ਖੁਸ਼ੀ ਕਿਹਨੂੰ ਹੋਣੀ ਹੈ? ਉਹ ਬੰਦਾ ਸਹਿ ਸੁਭਾਅ ਰਹਿੰਦਾ, ਉਹਨੂੰ ਸੰਸਾਰ ਦੀ ਪਰਵਾਹ ਹੀ ਨਹੀਂ ਕੋਈ ਰਹਿੰਦੀ। ਅੱਗੇ ਕਹਿੰਦੇ ਰਾਮ ਪਦਾਰਥ ਪਾਏ ਕੈ, ਕਬੀਰਾ ਗਾਂਠ ਨਾ ਖੋਲ, ਨਹੀਂ ਪਟਨ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਰਾਮ ਪਦਾਰਥ ਪਾਏ ਕੈ, ਕਬੀਰ ਸਾਹਿਬ ਕਹਿੰਦੇ ਹੇ ਇਨਸਾਨ, ਜੇ ਤੈਨੂੰ ਨਾਮ ਦਾ ਪਦਾਰਥ ਪ੍ਰਾਪਤ ਹੋ ਗਿਆ ਨਾ, ਤੈਨੂੰ ਜੇ ਅੰਦਰ ਨਾਮ ਦੀ ਪ੍ਰਾਪਤੀ ਹੋ ਗਈ ਨਾ, ਲੋਕਾਂ ਨੂੰ ਨਾ ਦੱਸਦਾ ਫਿਰੀ, ਲੋਕਾਂ ਨੂੰ ਨਾ ਦੱਸਦਾ ਫਿਰੀ ਮੈਨੂੰ ਚਾਨਣ ਹੁੰਦਾ, ਜਿੰਦਾ ਜੇ ਅੱਖਾਂ ਬੰਦ ਕਰਦਾ ਚਾਨਣ ਹੀ ਚਾਨਣ, ਚਾਨਣ ਹੀ ਚਾਨਣ ਵਿਖਾਈ ਦਿੰਦਾ। ਲੋਕਾਂ ਨੂੰ ਦੱਸਦਾ ਫਿਰੀ, ਲੋਕ ਇਸ ਚੀਜ਼ ਦੇ ਗਾਹਕ ਨਹੀਂ ਹੈਗੇ। ਲੋਕਾਂ ਨੂੰ ਦੱਸਦਾ ਫਿਰੀ ਕਿ ਜਦੋਂ ਸਤ ਸੰਗਤ ਹੁੰਦੀ ਹੈ ਅਤੇ ਜਿਹਦਾ ਦਿਨ ਮਨਾ ਰਹੇ ਉਹ ਵਿੱਚ ਬੈਠਾ ਹੁੰਦਾ। ਲੋਕਾਂ ਕਹਿੰਦੇ ਹੋਰ ਕੁਛ ਬੈਠਾ ਹੁੰਦਾ, ਤੇਰੇ ਗੁਰਦੁਆਰੇ ਹੀ ਬੈਠਾ, ਵਿਹਲਾ ਬੈਠਾ ਨਾ ਜੇ ਤੇਰੇ ਗੁਰਦੁਆਰੇ 'ਚ ਬੈਠਾ, ਐਂ ਕਹਿਣਗੇ। ਕਿਆ ਫਾਇਦਾ ਫਿਰ? ਕਹਿੰਦੇ ਇਸ ਦੱਸਣ ਦੀ ਲੋੜ ਹੀ ਨਹੀਂ ਕਿ ਮੈਨੂੰ ਕੋਈ ਪ੍ਰਾਪਤੀ ਹੋ ਗਈ ਹੈ।
ਅਗਰ ਕੋਈ ਵੀ ਪ੍ਰਾਪਤੀ ਹੋ ਗਈ ਹੈ, ਕਹਿੰਦੇ ਉਹਦੀ ਕਿਸੇ ਅੱਗੇ ਗੰਢ ਨਾ ਖੋਲ, ਕਿਸੇ ਨੂੰ ਵਿਖਾ ਨਾ, ਕਿਉਂ ਨਾ ਵਿਖਾ? ਨਹੀਂ ਪਟਣ। ਸ਼ਹਿਰ ਹੀ ਕੋਈ ਨਹੀਂ ਜਿੱਥੇ ਜਾ ਕੇ ਵੇਚੇਂਗਾ ਉਸ ਮਾਲ ਨੂੰ। ਨਹੀਂ ਪਾਰਖੂ, ਕੋਈ ਪਰਖ ਕਰਨ ਵਾਲਾ ਵੀ ਨਹੀਂ ਹੈਗਾ, ਵੀ ਜਿਹਨੂੰ ਪਰਖ ਹੋਵੇ ਵੀ ਹੈ। ਨਹੀਂ ਗਾਹਕ, ਨਾਮ ਦਾ ਤੇ ਗਾਹਕ ਹੀ ਕੋਈ ਨਹੀਂ। ਨਹੀਂ ਮੋਲ, ਤੇ ਕੋਈ ਨਾਮ ਦਾ ਮੁੱਲ ਨਹੀਂ ਪਾ ਸਕਦਾ। ਨਾਮ ਇਤਨਾ ਕੀਮਤੀ ਹੈ ਤਾਂ ਕੋਈ ਮੁੱਲ ਹੀ ਨਹੀਂ ਪਾ ਸਕਦਾ। ਇਹ ਤਾਂ ਗਾਹਕ ਹੀ ਕੋਈ ਨਹੀਂ। ਸੰਸਾਰਿਕ ਚੀਜ਼ਾਂ ਦੇ ਗਾਹਕ ਨੇ। ਲੈ ਨਾਮ ਵੇਚਣ ਲਾ ਦਿਓ, ਕੋਈ ਨਹੀਂ ਖਰੀਦੇਗਾ। ਖੋਲ੍ਹ ਲਓ ਹੱਟੀ, ਕੋਈ ਨਹੀਂ ਖਰੀਦੇਗਾ। ਨਾਮ ਨਹੀਂ ਕੋਈ ਖਰੀਦੇਗਾ। ਹਾਂ, ਤੁਹਾਨੂੰ ਭਾਵੇਂ ਖਰੀਦ ਲੈ ਪੈਸੇ ਦੇ ਕੇ, ਬਾਬਾ ਜੀ ਮੇਰਾ ਕੰਮ ਕਰ ਦਿਓ। ਲੋਕ ਕੰਮ ਕਰਾਉਣ ਆਉਣਗੇ ਸਾਧੂਆਂ ਕੋਲੇ। ਨਾਮ ਨਾਲ ਕਿਸੇ ਨੂੰ ਲੈਣਾ ਦੇਣਾ ਨਹੀਂ ਹੈਗਾ। ਨਾਮ ਦਾ ਤਾਂ ਗਾਹਕ ਹੀ ਕੋਈ ਨਹੀਂ। ਕਿਸੇ ਨੂੰ ਪਰਖੀ ਕੋਈ ਨਹੀਂ, ਪਾਰਖੂ ਹੋਵੇ ਤਾਂ ਇਹਨੂੰ ਪਤਾ ਨਾ। ਮੰਨ ਲਓ ਮੈਂ ਕੋਈ ਚੀਜ਼ ਵੇਖੀ ਨਹੀਂ, ਹੀਰਾ ਮੈਨੂੰ ਪਤਾ ਹੀ ਨਹੀਂ। ਹੀਰਾ ਮੈਨੂੰ ਕੀ ਪਤਾ ਕਿੰਨੀ ਕੁ ਕੀਮਤ ਦਾ ਹੈ। ਪਰ ਜਿਹੜਾ ਹੀਰਿਆਂ ਦਾ ਵਪਾਰੀ ਹੁੰਦਾ ਉਹਨੂੰ ਪਤਾ ਨਾ ਇਹ ਹੀਰਾ ਕਿੰਨਾ ਕੀਮਤੀ ਹੈ। ਜਿਹਨਾਂ ਨਾਮ ਦੀ ਪ੍ਰਾਪਤੀ ਹੁੰਦੀ ਹੈ, ਸਿਰਫ ਉਹਨਾਂ ਨੂੰ ਨਾਮ ਦੀ ਮਹਿਮਾ ਦਾ ਪਤਾ। ਦੂਜਿਆਂ ਤੋਂ ਵਿਚਾਰਿਆਂ ਨੂੰ ਪਤਾ ਨਹੀਂ। ਇਸ ਲਈ ਕਹਿੰਦੇ ਜੇ ਤੈਨੂੰ ਪਦਾਰਥ, ਨਾਮ ਪਦਾਰਥ ਪ੍ਰਾਪਤ ਹੋ ਗਏ ਨਾ, ਇਹ ਕਿਸੇ ਅੱਗੇ ਆਪਣੀ ਗਠੜੀ ਨਾ ਖੋਲ। ਨਾ ਕੋਈ ਸ਼ਹਿਰ ਹੈ, ਨਾ ਕੋਈ ਪਾਰਖੂ ਪਰਖ ਕਰਨ ਵਾਲਾ, ਨਾ ਕੋਈ ਗਾਹਕ ਹੈ, ਅਤੇ ਨਾ ਕੋਈ ਦਾ ਮੁੱਲ ਦੇ ਸਕਦਾ ਹੈ। ਇਸ ਲਈ ਲੋਕਾਂ ਨੂੰ ਦੱਸਣ ਦੀ ਲੋੜ ਹੀ ਨਹੀਂ ਹੈਗੀ। ਕਬੀਰ ਤਾ ਸਿਉ ਪ੍ਰੀਤ ਕਰ, ਜਾ ਕੋ ਠਾਕੁਰ ਰਾਮ। ਪੰਡਤ ਰਾਜੇ ਭੂਪਤੀ, ਆਵੇਂ ਕੌਨੇ ਕਾਮ। ਤਾ ਸਿਉ, ਜਦੋਂ ਤਾ ਤੋਂ ਬਾਅਦ ਕਾ, ਕੇ, ਕੀ, ਕੀਆਂ, ਸਿਉ ਆ ਜਾਣ, ਫਿਰ ਇਹ ਬਿਨਾਂ ਬਿੰਦੀ ਤੋਂ ਪੜ੍ਹਿਆ ਜਾਂਦਾ। ਜਾ ਤੋਂ ਬਾਅਦ ਜੇ ਕਾ, ਕੇ, ਕੀ, ਕੀਆਂ, ਸਿਉ ਆ ਜਾਏ, ਉਹ ਵੀ ਬਿੰਦੀ ਤੋਂ ਬਿਨਾਂ ਪੜ੍ਹਿਆ ਜਾਂਦਾ ਹੈ। ਕਬੀਰ ਤਾ ਸਿਉ ਪ੍ਰੀਤ ਕਰ। ਤਾ ਸਿਉ ਹਿੰਦੀ ਦਾ ਸ਼ਬਦ ਹੈ। ਤਾ ਮੈਨੇ ਉਸ, ਸਿਉ ਮੈਨੇ ਨਾਲ। ਕਬੀਰ ਤਾ ਸਿਉ ਪ੍ਰੀਤ ਕਰ, ਜਾ ਕੋ ਠਾਕੁਰ ਰਾਮ। ਪੰਡਿਤ ਰਾਜੇ ਭੂਪਤੀ, ਆਵੇਂ ਕੌਨੇ ਕਾਮ। ਕਬੀਰ ਤਾ ਸਿਉ ਪ੍ਰੀਤ ਕਰ, ਉਸ ਨਾਲ ਪ੍ਰੀਤ ਕਰ। ਤਾ ਉਸ, ਹਿੰਦੀ 'ਚ ਤਾ ਉਸ ਨੂੰ ਕਹਿੰਦੇ। ਤਾ ਸਿਉ ਉਸ ਨਾਲ ਪ੍ਰੀਤ ਕਰ, ਜਾ ਕੋ, ਇਹ ਵੀ ਹਿੰਦੀ ਦਾ ਸ਼ਬਦ ਹੈ। ਜਾ ਕੋ ਜਿਸ ਦਾ, ਜਾ ਕੋ ਠਾਕੁਰ ਰਾਮ, ਜਿਸ ਦਾ ਮਾਲਕ ਰਾਮ ਹੈ, ਪਰਮਾਤਮਾ ਹੈ। ਜਿਹੜਾ ਪਰਮਾਤਮਾ ਨੂੰ ਆਪਣਾ ਮਾਲਕ ਸਮਝਦਾ ਨਾ, ਕਹਿੰਦੇ ਉਹਦੇ ਨਾਲ ਪਿਆਰ ਕਰ। ਕਿ ਸੰਸਾਰੀਆਂ ਨਾਲ ਪਿਆਰ ਕਰਕੇ ਹੀ ਕਰੇਗਾ। ਸੰਸਾਰ 'ਤੇ ਦੁੱਖ ਹੀ ਦੁੱਖ ਹੈ। ਸੰਸਾਰੀ ਕੋਲ ਤੁਸੀਂ ਜਾਓਗੇ ਤਾਂ ਵੀ ਆਪਣੇ ਦੁੱਖ ਰੋਈ ਜਾਏਗਾ, ਤੁਹਾਡੇ ਕੋਲ ਆਏਗਾ ਤਾਂ ਵੀ ਆਪਣੇ ਦੁੱਖ ਰੋਈ ਜਾਏਗਾ। ਇਹ ਤਾਂ 2-3 ਮਿੰਟ ਲੱਗੂਗਾ ਕਿ ਪੁੱਛੋ ਕੀ ਹਾਲ ਚਾਲ ਹੈ, ਠੀਕ ਠਾਕ ਹੈ ਜੀ, ਬਹੁਤ ਵਧੀਆ। ਗੱਲਾਂ ਸ਼ੁਰੂ ਕਰ ਲਓ। ਫਿਰ ਕੋਈ ਆਪਣੀ ਨੂੰਹ ਦੀ ਲੱਗ ਜਾਏਗਾ ਰੋਣ ਧੋਣ, ਕੋਈ ਆਪਣੇ ਪੁੱਤਰ ਦਾ ਲੱਗ ਜਾਏਗਾ, ਕੋਈ ਕਿਸੇ ਦਾ, ਕੋਈ ਕਿਸੇ ਦਾ। ਫਿਰ ਪਤਾ ਲੱਗਦਾ ਨਾਨਕ ਦੁਖੀ ਆ ਸਭ ਸੰਸਾਰ। ਇਹ ਤਾਂ ਉੱਤੋਂ ਹੀ ਲੱਗਦੇ ਨੇ। ਇਸ ਲਈ ਕਹਿੰਦੇ ਉਹਦੇ ਨਾਲ ਪਿਆਰ ਕਰ ਜਿਹੜਾ ਪਰਮਾਤਮਾ ਨੂੰ ਆਪਣਾ ਮਾਲਕ ਸਮਝਦਾ ਹੈ। ਪੰਡਿਤ ਰਾਜੇ ਭੂਪਤੀ, ਭੂ ਧਰਤੀ ਨੂੰ ਕਹਿੰਦੇ ਨੇ, ਭੂਪਤੀ ਜਿਹਨੂੰ ਬਹੁਤ ਸਾਰੀ ਜ਼ਮੀਨ, ਜਿਹਨੂੰ ਜਾਗੀਰਦਾਰ ਕਹਿੰਦੇ ਹੁੰਦੇ। ਰਾਜੇ ਪੰਡਿਤ, ਇਹ ਜਾਗੀਰਦਾਰ, ਆਵੇਂ ਕੋਨੇ ਕੰਮ। ਇਹਨਾਂ ਤੇਰੇ ਕਿਸ ਕੰਮ ਆਉਣਾ? ਇਹਨਾਂ ਤੇਰੇ ਕਿਸੇ ਕੰਮ ਨਹੀਂ ਆਉਣਾ। ਸਭ ਨੇ ਪੈਸੇ ਲੈ ਕੇ ਤੇਰਾ ਕੰਮ ਕਰਨਾ। ਪੰਡਿਤ ਕੋਲ ਚਲੇ ਜਾਓ, ਲਓ ਜੀ ਇੰਨੇ ਪੈਸੇ ਪੱਤਰੀ ਦੇ, ਇੰਨੇ ਪੈਸੇ ਆ ਫਲਾਣਾ, ਇੰਨੇ ਪੈਸੇ ਆ, ਪੈਸੇ ਲੈ ਕਰਨਗੇ। ਰਾਜੇ ਕੋਲੇ ਚਲੇ ਜਾਓ, ਉਹ ਤਾਂ ਲੱਖਾਂ ਕਰੋੜਾਂ ਮੰਗੂ। ਉਹ 1000 ਹਜ਼ੂਰ ਨਾਲ ਨਹੀਂ ਹੈਗਾ, ਉਹ ਤਾਂ ਲੱਖਾਂ ਕਰੋੜਾਂ ਮੰਗੂ। ਇਸ ਲਈ
ਸਿਆਣੇ ਕਹਿੰਦੇ ਨੇ ਰਾਜੇ ਨੂੰ ਤੁਸੀਂ ਮਿਲਣ ਜਾਓਗੇ, ਪਹਿਲਾਂ ਨਜ਼ਰਾਨਾ ਭੇਟ ਕਰੋ, ਕੁਛ ਲੈ ਕੇ ਜਾਓਗੇ, ਮੱਥਾ ਟੇਕੋਗੇ, ਉਹਨੂੰ ਕਹਿੰਦੇ ਨਜ਼ਰਾਨਾ। ਫਿਰ ਤੁਸੀਂ ਕਿਹਾ ਜੀ ਮੈਨੂੰ ਆਹ ਪ੍ਰੋਬਲਮ ਹੈ ਜੀ, ਮੇਰੀ ਹੱਲ ਕਰ ਦਿਓ, ਉਹਨੇ ਹੱਲ ਕਰਤੀ, ਫਿਰ ਤੁਸੀਂ ਸ਼ੁਕਰਾਨੇ ਵਜੋਂ ਕੁਝ ਦਿਓਗੇ। ਪਹਿਲਾਂ ਨਜ਼ਰਾਨੇ ਵਜੋਂ ਦਿੱਤਾ ਕੁਛ, ਫਿਰ ਸ਼ੁਕਰਾਨੇ ਵਜੋਂ ਦਿੱਤਾ ਕੁਛ। ਮੁਫਤ ਨਹੀਂ ਆਏ, ਮੁਫਤ ਮੁੜ ਕੇ ਨਹੀਂ ਆਏ, ਲੈ ਕੇ ਵੀ ਜਾਣਾ ਪੈਣਾ, ਦੇ ਕੇ ਵੀ ਆਉਣਾ ਪੈਣਾ। ਜਿਵੇਂ ਧੀਆਂ ਨੂੰ ਮਿਲਣ ਜਾਈਏ ਤਾਂ ਜਾ ਕੇ ਲੈ ਕੇ ਵੀ ਜਾਣਾ ਪੈਂਦਾ, ਕੋਈ ਫਲ ਫਰੂਟ, ਕੋਈ ਸੂਟ ਐਰਾ ਵਗੈਰਾ। ਜਦੋਂ ਵਾਪਸ ਆਉਣਾ ਨੂੰ ਕੋਈ ਮਾਇਆ ਦੇ ਕੇ ਆਉਣੀ ਪੈਂਦੀ ਹੈ, ਲੈ ਕੇ ਵੀ ਜਾਣੀ ਪੈਂਦੀ, ਦੇ ਕੇ ਵੀ ਆਉਣੀ ਪੈਂਦੀ ਹੈ। ਇਸੇ ਤਰ੍ਹਾਂ ਹੀ ਰਾਜੇ ਨੂੰ ਮਿਲਣ ਚਾਹੇ, ਕਿਸੇ ਅਮੀਰ ਨੂੰ ਮਿਲਣ ਚਾਹੇ, ਪੰਡਤ ਨੂੰ ਮਿਲਣ ਚਾਹੇ, ਜਾਂ ਸਭ ਨੇ ਕੁਛ ਤੁਹਾਡੇ ਤੋਂ ਲੈਣਾ। ਕਹਿੰਦੇ ਨਾ ਤੇਰੇ ਕਿਸੇ ਕੰਮ ਨਹੀਂ ਆਉਣਾ, ਇਹ ਵੱਧ ਤੋਂ ਵੱਧ ਇਸ ਜੀਵਨ ਤੱਕ ਕੰਮ ਆ ਸਕਦੇ ਨੇ। ਜਦ ਤੂੰ ਮਰੇਗਾ ਨਾ, ਉਹ ਤੋਂ ਬਾਅਦ ਇਹਨੇ ਕਿਸੇ ਤੇਰੇ ਕੰਮ ਨਹੀਂ ਆਉਣਾ। ਪਰ ਜੇ ਤੂੰ ਪਰਮਾਤਮਾ ਨਾਲ ਪਿਆਰ ਪਾਏਂਗਾ, ਪਰਮਾਤਮਾ ਲੋਕ ਪਰਲੋਕ ਤੇਰੀ ਸਹਾਇਤਾ ਕਰੇਗਾ, ਜਿੱਥੇ ਜਾਏਗਾ ਤੇਰੇ ਨਾਲ ਜਾਏਗਾ। ਤਾਂ ਸਮਝਾਇਆ। ਅੱਗੇ ਕਹਿੰਦੇ ਕਬੀਰ ਪ੍ਰੀਤ ਏਕ ਸਿਉ ਕੀਏ, ਆਨ ਦੁਬਿਧਾ ਜਾਏ, ਭਾਵੇਂ ਲਾਂਬੇ ਕੇਸ ਕਰ, ਭਾਵੇਂ ਘਰਰ ਮੁੰਡਾਏ। ਕਬੀਰ ਸਾਹਿਬ ਕਹਿੰਦੇ ਹੈ ਇਨਸਾਨ, ਇੱਕ ਪਰਮਾਤਮਾ ਨਾਲ ਹੀ ਪਿਆਰ ਕਰ। ਤੇਰੇ ਅੰਦਰ ਜਿਹੜੀ ਦੁਬਿਧਾ ਹੈ, ਦੋ ਚਿਤੀ ਹੈ। ਮਨੁੱਖ ਦਾ ਨਾ ਕਈ ਵਾਰੀ ਫੈਸਲਾ ਨਹੀਂ ਹੁੰਦਾ ਵੀ ਮੈਂ ਕੀ ਕਰਾਂ, ਉਹਦੇ ਦੋ ਵਿਚਾਰ ਚੱਲ ਰਹੇ ਹੁੰਦੇ ਨੇ। ਜਿਵੇਂ ਸਾਡੇ ਨਾਲ ਇੱਕ ਟੀਚਰ ਹੁੰਦਾ ਸੀ, ਉਹਦਾ ਮੁੰਡਾ ਹੁਸ਼ਿਆਰ ਸੀ, ਉਹ ਇੱਕੋ ਹੀ ਸਮੇਂ LIC 'ਚ ਵੀ ਸਿਲੈਕਟ ਹੋ ਗਿਆ, ਬੈਂਕ ਦੇ ਵਿੱਚ ਵੀ ਸਿਲੈਕਟ ਹੋ ਗਿਆ, ਪੋਸਟ ਆਫਿਸ ਦੇ ਵਿੱਚ ਵੀ ਸਿਲੈਕਟ ਹੋ ਗਿਆ। ਹੁਣ ਪਿਓ ਪੁੱਤ ਤੋਂ ਫੈਸਲਾ ਨਾ ਹੋਵੇ ਕਿ ਨਾ ਤਿੰਨਾਂ 'ਚ ਅਸੀਂ ਕਿਸ ਨੂੰ ਜੁਆਇਨ ਕਰੀਏ। ਉਹ ਆਪਣੇ ਪੁੱਤਰ ਨੂੰ ਮੇਰੇ ਕੋਲ ਲੈ ਆਇਆ ਕਿ ਜੈਮਲ ਸਿੰਘ ਜਿਹੜਾ ਸਾਨੂੰ ਗਾਈਡ ਕਰੋ। ਇਹ ਤਿੰਨਾਂ 'ਚ ਸਿਲੈਕਟ ਹੋ ਗਏ। ਹੁਣ ਜੁਆਇਨ ਤਾਂ ਇੱਕ ਹੀ ਕਰਨੀ ਹੈ। ਮੈਂ ਉਹਨਾਂ ਨੂੰ ਸਮਝਾਇਆ, ਮੈਂ ਦੇਖੋ ਜੀ ਬੈਂਕ ਪਿੰਡਾਂ 'ਚ ਵੀ ਹੁੰਦੇ ਨੇ। ਕਹਿੰਦੇ ਹਾਂ। ਮੈਂ ਡਾਕਖਾਨੇ ਵੀ ਪਿੰਡਾਂ 'ਚ ਹੁੰਦੇ ਨੇ। ਕਹਿੰਦੇ ਹਾਂ, ਪਰ ਮੈਂ LIC ਦਾ ਦਫ਼ਤਰ ਪਿੰਡ 'ਚ ਨਹੀਂ ਹੁੰਦਾ, ਇਹ ਸ਼ਹਿਰਾਂ 'ਚ ਹੁੰਦੇ ਨੇ। ਇਸ ਲਈ LIC 'ਚ ਲੈ ਜਾਵੇ, ਘਰ 'ਚ ਸਾਫ ਸੁਥਰਾ ਦਫ਼ਤਰ ਹੋਏਗਾ, ਸਾਰੀਆਂ ਸਹੂਲਤਾਂ ਹੋਣਗੀਆਂ। ਪਿੰਡ ਦੇ ਬੈਂਕ 'ਚ ਲੱਗ ਗਿਆ, ਡਾਕਖਾਨੇ ਨਾਲ ਟੁੱਟੀ ਜਿਹੀ ਕੁਰਸੀ ਮਿਲਣੀ ਹੈ ਬਹਿਣ ਨੂੰ, ਨਾ ਕੋਈ ਸਹੂਲਤ, ਨਾ ਕੋਈ ਬਿਜਲੀ, ਨਾ ਕੋਈ ਗੱਲ, ਨਾ ਬਾਤ। ਮੈਂ ਇਸ ਲਈ ਇਹਨੂੰ LIC ਜੁਆਇਨ ਕਰਨੀ ਚਾਹੀਦੀ। ਉਹਨਾਂ ਨੇ ਜੱਚ ਗਈ, ਰਾਜਪੁਰਾ ਪੋਸਟ ਕਰ ਲਈ ਸੀ, ਉਹਨੇ ਜਾ ਕੇ LIC ਦਫ਼ਤਰ ਜੁਆਇਨ ਕਰ ਲਿਆ। ਕਈ ਵਾਰ ਅਸੀਂ ਦੋ ਚਿੱਤੀ 'ਚ ਹੋ ਜਾਂਦੇ ਹਾਂ, ਸਾਡੇ ਤਾਂ ਦੋ ਵਿਚਾਰ ਚੱਲਣ ਲੱਗ ਜਾਂਦੇ ਨੇ। ਦੋ ਚਿੱਤੀ ਦੇ ਵਿੱਚ ਮਨੁੱਖ ਤੋਂ ਕੋਈ ਫੈਸਲਾ ਹੀ ਨਹੀਂ ਹੁੰਦਾ, ਕੀ ਕਰਾਂ। ਇਸ ਲਈ ਕਬੀਰ ਸਾਹਿਬ ਕਹਿੰਦੇ ਤੂੰ ਪਿਆਰ ਹੀ ਇੱਕ ਨੂੰ ਕਰ, ਰੱਬ ਨੂੰ, ਬਸ ਗੱਲ ਖਤਮ। ਹੋਰ ਕਿਸੇ ਨੂੰ ਪਿਆਰ ਹੀ ਨਾ ਕਰ। ਤੇਰੇ ਅੰਦਰ ਜਿਹੜੀ ਦੋ ਚਿੱਤੀ ਹੈ ਆਪਣੇ ਆਪ ਖਤਮ ਹੋ ਜਾਏਗੀ। ਤੂੰ ਪਰਮਾਤਮਾ ਨੂੰ ਪਿਆਰ ਕਰ। ਕਬੀਰ ਤਾ ਸਿਉ ਪ੍ਰੀਤ ਕਰ। ਕਬੀਰ ਪ੍ਰੀਤ ਇੱਕ ਸਿਉ ਕੀਏ, ਇੱਕ ਨਾਲੇ ਪਿਆਰ ਕਰਨਾ। ਆਨ ਦੁਬਿਧਾ ਜਾਏ, ਆਨ ਮੈਨ ਦੂਜੀ, ਜਿਹੜੀ ਦੂਜੀ ਦੁਬਿਧ ਹੈ ਨਾ ਤੇਰੇ ਅੰਦਰ, ਇਹ ਖਤਮ ਹੋ ਜਾਏਗੀ। ਤੂੰ ਇੱਕ ਨੂੰ ਪਿਆਰ ਕਰੀ ਜਾ। ਹੁਣ ਮੰਨ ਲਓ ਦੋ ਵਿਚਾਰ ਨੇ। ਸਿੱਖਾਂ ਨੂੰ ਕਿਹਾ ਤੁਸੀਂ ਕੇਸਾਧਾਰੀ ਹੋਣਾ, ਹਿੰਦੂਆਂ ਨੂੰ ਕਿਹਾ ਤੁਸੀਂ ਸਿਰ ਮਨਾ ਸਕਦੇ ਹੋ। ਅੱਲਾ ਕਹਿੰਦਾ ਵੀ ਕੀ ਕੇਸ ਰੱਖਣ ਨਾਲ ਰੱਬ ਮਿਲਦਾ ਹੈ ਕਿ ਕੇਸ ਮਨਾਉਣ ਨਾਲ ਮਿਲਦਾ ਹੈ? ਦੋ ਵਿਚਾਰ ਹੋ ਗਏ ਨਾ ਅੰਦਰ। ਅਸੀਂ ਇਹ ਤਾਂ ਨਹੀਂ ਕਹਿ ਸਕਦੇ ਵੀ ਜਿਹੜੇ ਹਿੰਦੂ ਨੇ ਸਿਰ ਮਨਾਇਆ ਇਹਨਾਂ ਨੂੰ ਰੱਬ ਨਹੀਂ ਮਿਲਦਾ। ਬਥੇਰਨ ਮਿਲਦਾ। ਐਂ ਜਿਹੜੇ ਸਿੱਖ ਨੇ ਜਿਨ੍ਹਾਂ ਕੇਸਾ ਧਾਰੀ ਨੇ, ਇਹਨਾਂ 'ਚ ਵੀ ਕਈਆਂ ਨੂੰ ਰੱਬ ਮਿਲਦਾ। ਇਹਨੂੰ ਰੱਬ ਮਿਲਦਾ ਵੀ ਕਹਿੰਦਾ ਕੀ ਕਰੀਏ, ਕੀ ਕਰੀਏ। ਕਬੀਰ ਸਾਹਿਬ ਕਹਿੰਦੇ ਤੁਹਾਨੂੰ ਇਸ ਚੱਕਰ 'ਚ ਪੈਣ ਦੀ ਲੋੜ ਹੀ ਨਹੀਂ ਹੈਗੀ।
ਤੁਸੀਂ ਪ੍ਰਮਾਤਮਾ ਨੂੰ ਪਿਆਰ ਕਰੀ ਜਾਓ। ਉਹਨੂੰ ਪਿਆਰ, ਭਾਵੇਂ ਲਾਂਬੇ ਕੇਸ ਕਰ, ਭਾਵੇਂ ਘਰਰ ਮੁੰਡਾਏ, ਭਾਵੇਂ ਲੰਬੇ ਵਾਲ ਰੱਖ ਲੈ। ਕਈ ਲੋਕ ਜਟਾਵਾਂ ਰੱਖੀ ਨੇ, ਕਿੰਨੇ ਲੰਬੇ ਵਾਲ ਨੇ। ਲੰਬੇ ਵਾਲ ਰੱਖਣਾ ਰੱਬ ਨਹੀਂ ਮਿਲਦਾ। ਜੇ ਕੋਈ ਕਹੇ ਵੀ ਹਾਂਜੀ ਮੈਂ ਲੰਬੇ ਵਾਲ ਰੱਖਦੇ ਮੈਨੂੰ ਰੱਬ ਮਿਲ ਜਾਏਗਾ। ਰੱਬ ਦੇ ਨਾਮ ਜਪਣ ਨਾ ਮਿਲਣਾ। ਅਤੇ ਜੇ ਕੋਈ ਰੋਣ ਮੋਣ ਹੋ ਗਿਆ ਹੈ, ਬਿਲਕੁਲ ਸਿਰ ਮਨਾ ਲੈ ਰਗੜ ਕੇ, ਘਰਰ ਮੁੰਡਾਏ, ਰਗੜ ਕੇ ਸਿਰ ਮਨਾ ਲਿਆ ਹੈ, ਕੋਈ ਵਾਲ ਨਹੀਂ ਦਿਸਦਾ, ਗੰਜ ਦਿਸਦਾ। ਕਹਿੰਦੇ ਭਾਵੇਂ ਰਗੜ ਕੇ ਸਿਰ ਮਨਾ ਲੈ ਅਤੇ ਭਾਵੇਂ ਲੰਬੇ ਵਾਲ ਰੱਖ ਲੈ, ਇਹਨਾਂ 'ਚ ਰੱਬ ਨਹੀਂ ਹੈਗਾ। ਰੱਬ ਅਤੇ ਪਰਮਾਤਮਾ ਦਾ ਨਾਮ ਜਪਣੇ, ਤੂੰ ਰੱਬ ਨੂੰ ਪਿਆਰ ਕਰ। ਇਹ ਤੇਰੇ ਅੰਦਰ ਜਿਹੜੀ ਦੁਬਿਧਾ ਹੈ ਨਾ ਕਿ ਲੰਬੇ ਵਾਲ ਰੱਖਣਾ ਰੱਬ ਮਿਲੇਗਾ ਕਿ ਮਨਾਉਣ ਨਾ ਮਿਲੇਗਾ, ਇਹ ਦੁਬਿਧਾ ਆਪੇ ਤੇਰੀ ਖਤਮ ਹੋ ਜਾਏਗੀ। ਬਾਕੀ ਕਿਉਂਕਿ ਪਰਮਾਤਮਾ ਨੇ ਇਹ ਕੰਡੀਸ਼ਨ ਲਾਤੀ ਹੈ ਕਿ ਮੈਂ ਸਿੱਧਾ ਕਿਸੇ ਨੂੰ ਨਹੀਂ ਮਿਲਣਾ। ਜਾਣਦੇ ਨੇ ਪਰਮਾਤਮਾ ਨੇ ਸ਼ਰਤ ਲਾਈ ਹੈ ਕਿ ਮੈਂ ਸਿੱਧਾ ਕਿਸੇ ਨੂੰ ਨਹੀਂ ਮਿਲਣਾ, ਮੈਂ ਤੇ ਗੁਰੂ ਰਾਹੀਂ ਮਿਲਣਾ। ਹੁਣ ਸਾਡੇ ਗੁਰੂ ਨੇ ਕਿਹਾ ਹੈ ਕਿ ਭਾਈ ਤੁਸੀਂ 5 ਕਕਾਰੀਏ ਹੋਵੋ। ਹੋਣਾ ਹੀ ਅਸੀਂ, ਕਿਉਂਕਿ ਜੇ ਨਹੀਂ ਹੁੰਦੇ ਫਿਰ ਗੁਰੂ ਮਹਾਰਾਜ ਖੁਸ਼ ਨਹੀਂ ਹੁੰਦੇ। ਜੇ ਗੁਰੂ ਖੁਸ਼ ਨਹੀਂ ਹੁੰਦਾ ਰੱਬ ਨਹੀਂ ਮਿਲਦਾ। ਹੁਣ ਜਿਹਦੇ ਗੁਰੂ ਨੇ ਕਹਿਤਾ ਤੂੰ ਸਿਰ ਮਨਾ ਕੇ ਰੱਖਣਾ, ਉਹਨੂੰ ਮਨਾਉਣਾ ਹੀ ਪੈਣਾ, ਭਾਵੇਂ ਚਾਹੇ ਨਾ ਚਾਹੇ, ਉਹਨੂੰ ਸਿਰ ਮਨਾਉਣਾ ਹੀ ਪੈਣਾ, ਕਿਉਂਕਿ ਉਹਦੇ ਗੁਰੂ ਨੇ ਕਿਹਾ। ਉਹਦੇ ਗੁਰੂ ਨੇ ਕਿਹਾ। ਇੱਕ ਵਿਚਾਰਾ ਲੱਕੜੀ ਦੇ ਭਾਂਡੇ ਵਿੱਚ, ਲੱਕੜੀ ਦੀ ਥਾਲੀ 'ਚ, ਲੱਕੜੀ ਦੇ ਚਮਚੇ ਨਾਲ, ਲੱਕੜੀ ਦੀ ਕੌਲੀ ਦੇ ਵਿੱਚ ਰੋਟੀ ਖਾ ਰਿਹਾ। ਮੈਂ ਆਪਣੀ ਦੂਜੀਆਂ ਥਾਲੀਆਂ 'ਚ ਖਾ ਰਿਹਾ, ਸੰਗਤ 'ਚ ਬੈਠਾ, ਬਾਜੇ ਰੋਟੀ ਪਾਣੀ ਛਾਕਟ ਹੈ। ਮੈਂ ਮਹਾਤਮਾ ਜੀ ਤੁਸੀਂ ਇਹ ਲੱਕੜੀ ਦੀ ਥਾਲੀ, ਲੱਕੜੀ ਦੀ ਕੌਲੀ, ਲੱਕੜੀ ਦੇ ਚਮਚੇ ਨਾਲ ਕਿਉਂ ਰੋਟੀ ਖਾਧੀ ਹੈ? ਕੀ ਆ ਜਿਹੜੀ ਮੈਂ ਭਾਂਡਿਆਂ 'ਚ ਰੋਟੀ ਖਾਧੀ ਹੈ, ਕੀ ਇਹ ਪਰਮਾਤਮਾ ਨਾਰਾਜ਼ ਹੋ ਜਾਏਗਾ ਵੀ ਤੂੰ ਇਹਨਾਂ ਪੜੇ ਕਿਉਂ ਖਾਧੀ? ਕਹਿੰਦੇ ਬਾਬਾ ਜੀ ਮੈਂ ਇਸ ਗੱਲ ਨੂੰ ਜਾਣਦਾ ਕਿ ਲੱਕੜੀ ਦੇ ਭਾਂਡਿਆਂ 'ਚ ਰੋਟੀ ਖਾਣਾ ਰੱਬ ਨਹੀਂ ਮਿਲਣਾ। ਇਸ ਗੱਲ ਦਾ ਮੈਨੂੰ ਪਤਾ ਹੈ। ਮੈਂ ਫਿਰ ਤੁਸੀਂ ਕਿਉਂ ਖਾਂਦੇ ਹੋ? ਕਹਿੰਦੇ ਜਿਵੇਂ ਤੁਹਾਡੇ ਗੁਰੂ ਨੇ ਕਿਹਾ 5 ਕਕਾਰ ਰੱਖਣੇ ਨੇ, ਰੱਖਣੇ ਨਾ, ਰੱਖ ਦਿਓ ਨਾ। ਇਹਦਾ ਕੀ ਲਾਭ ਹੈ? ਇਸ ਚੱਕਰ 'ਚ ਨਾ ਪਾਓ, ਤੁਸੀਂ ਰੱਖ ਦਿਓ ਨਾ, ਵੀ ਨਹੀਂ ਤਾਂ ਗੁਰੂ ਨਾਰਾਜ਼ ਹੋ ਜਾਏਗਾ। ਹੁਣ ਸਾਡੇ ਗੁਰੂ ਨੇ ਕਿਹਾ ਕਿ ਲੱਕੜੀ ਦੇ ਭਾਂਡੇ 'ਚ ਖਾਣਾ, ਬਸ ਅਸੀਂ ਖਾਣਾ। ਹਾਲਾਂਕਿ ਕਹਿੰਦੇ ਮੈਨੂੰ ਪਤਾ ਹੈ ਵੀ ਇਹਦੇ ਨਾਲ ਕੀ ਫਰਕ ਪੈਂਦਾ। ਜਦੋਂ ਪਤੀਲਾ ਘਰ ਦੇ ਜੀਆਂ ਦਾ ਆਟਾ ਹੈ, ਉਹਨਾਂ ਦੀ ਦਾਲ ਸਬਜ਼ੀ ਹੈ, ਉਹਨਾਂ ਨੇ ਆਪਣੇ ਭਾਂਡਿਆਂ 'ਚ ਬਣਾਈ ਹੈ, ਪਰਾਤ ਦੇ ਵਿੱਚ ਉਹਨਾਂ ਆਟਾ ਗੁੰਨਿਆ, ਲੋਹੇ ਦੇ ਤਵੇ 'ਤੇ ਰੋਟੀ ਪਕਾਈ ਹੈ, ਮੇਰੇ ਲੱਕੜੀ ਦੇ ਭਾਂਡੇ 'ਚ ਖਾਣ ਨਾਲ ਕੀ ਹੋ ਜਾਏਗਾ? ਕੋਈ ਫਰਕ ਨਹੀਂ ਪੈਂਦਾ। ਪਰ ਮੇਰੀ ਆਪਣੀ ਇੱਕ ਸਮੱਸਿਆ, ਮੇਰੇ ਗੁਰੂ ਨੇ ਕਿਹਾ ਤੂੰ ਲੱਕੜੀ ਦੇ ਭਾਂਡੇ ਰੋਟੀ ਖਾਣੇਗੇ, ਇਸ ਲਈ ਕਹਿੰਦੇ ਬਾਬਾ ਜੀ ਮੈਂ ਖਾ ਰਿਹਾ, ਗਿਆਨ ਤਾਂ ਮੈਨੂੰ ਹੈ। ਇਸ ਲਈ ਕੋਈ ਲੰਬੇ ਵਾਲ ਰੱਖਦਾ ਅਤੇ ਕੋਈ ਸਿਰ ਮਨਾਉਂਦਾ ਹੈ, ਕਿਉਂਕਿ ਜਿਵੇਂ ਉਹਦੇ ਗੁਰੂ ਨੇ ਕਿਹਾ ਉਹਨੇ ਤਾਂ ਉਵੇਂ ਕਰਨਾ। ਅਸੀਂ ਜੇ ਦਾੜੀ ਕੱਟਦੇ ਹਾਂ, ਸਿਰ ਦੇ ਵਾਲ ਕੜਿਆ ਕੇ ਤੂੰ ਚੰਗਾ ਸਿੱਖਿਆ ਓਏ, ਤੂੰ ਕਦੋਂ ਸਿੱਖੇ? ਤੂੰ ਕਦੋਂ ਸਿੱਖੇ? ਜਿਵੇਂ ਇੱਕ ਘਰ 'ਚ ਮੈਂ ਗਿਆ, ਉਹ ਬੰਦਾ ਦਾੜੀ ਵੀ ਕੱਟਦਾ ਸੀ ਅਤੇ ਸ਼ਰਾਬ ਵੀ ਪੀਂਦਾ ਸੀ। ਗੁਰੂ ਨਾਨਕ ਦੇਵ ਦੀ ਫੋਟੋ ਵੀ ਬੜੀ ਸੋਹਣੀ ਘਰ 'ਚ ਲੱਗੀ ਹੈ, 10ਵੇਂ ਪਾਤਸ਼ਾਹ ਦੀ ਵੀ ਲੱਗੀ ਹੈ, ਸੋਭਾ ਸਿੰਘ ਦੀਆਂ ਬਣਾਈਆਂ ਫੋਟੋ ਲੱਗੀਆਂ ਹੋਈਆਂ। ਮੈਨੂੰ ਕਹਿੰਦੇ ਜੀ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੋਟੋ ਲੈ ਜਾਓ। ਕਹਿੰਦੇ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੋਟੋ ਲੈ ਜਾਓ। ਮੈਂ ਕਿਉਂ? ਕਹਿੰਦੇ ਦੇਖ ਮੈਂ ਸ਼ਰਾਬ ਵੀ ਪੀਣਾ, ਮੈਂ ਦਾੜੀ ਵੀ ਕੱਢਦਾ, ਅਤੇ ਮੈਂ ਕਿਸ ਮੂੰਹ ਨਾਲ 10ਵੇਂ ਪਾਤਸ਼ਾਹ ਵੱਲ ਵੇਖਾਂ? ਇਸ ਲਈ ਕਹਿੰਦੇ ਮੈਨੂੰ ਨਾ ਸ਼ਰਮ ਆਉਂਦੀ ਹੈ ਵੀ ਫੋਟੋ 10ਵੇਂ ਪਾਤਸ਼ਾਹ ਦੀ ਘਰ 'ਚ ਲਾ ਰੱਖੀ ਹੈ ਅਤੇ ਸ਼ਰਾਬ ਵੀ ਪੀਂਦਾ ਅਤੇ ਦਾੜੀ ਵੀ ਕੱਢਦਾ, ਇਸ ਲਈ ਕਿਰਪਾ ਕਰਕੇ ਤੂੰ ਲੈ ਜਾ ਵੀ ਚੱਲ ਤੂੰ ਘੱਟ ਤੋਂ ਘੱਟ ਅੰਮ੍ਰਿਤ ਧਾਰੀ ਤੇ ਹੈ ਨਾ। ਬੜਾ ਔਖਾ। ਹੁਣ ਜੇ ਅਸੀਂ ਗੁਰੂ ਦੀ ਗੱਲ ਨਹੀਂ ਮੰਨਦੇ ਤਾਂ ਗੁਰੂ ਖੁਸ਼ ਨਹੀਂ ਹੈਗੇ, ਅਤੇ ਜੇ ਗੁਰੂ ਖੁਸ਼ ਨਹੀਂ ਤਾਂ ਰੱਬ ਮਿਲਦਾ ਨਹੀਂ ਹੈਗਾ। ਇਸ ਲਈ
ਸਾਨੂੰ ਜਿਵੇਂ ਗੁਰੂ ਕਹਿੰਦਾ ਸਾਨੂੰ ਉਸ ਤਰ੍ਹਾਂ ਰਹਿਣਾ ਪੈਂਦਾ। ਕਿਸੇ ਦੇ ਗੁਰੂ ਨੇ ਕਿਹਾ ਤੁਸੀਂ ਮੂੰਹ 'ਤੇ ਪੱਟੀ ਬੰਨ੍ਹ ਕੇ ਰੱਖਣੀ ਹਰ ਵਕਤ, ਬਸ ਰੱਖਣੀ ਹੈ। ਅਜੈਨੀ ਦੇ ਤੁਸੀਂ ਕਹੀ ਜਾਂਦੇ ਜੈਨੀ ਦੇਖ ਕੇ ਪੱਟੀ ਬੰਨ੍ਹਣੀ ਮੁੰਦੇ ਬੰਨ੍ਹਣੀ ਬਸ, ਸੌਖਾ ਹੋ ਚਾਹੇ ਔਖਾ ਹੋ। ਹੁਣ ਸਰਕਾਰ ਨੇ ਕਿਹਾ ਮੂੰਹ ਢੱਕ ਕੇ, ਨੱਕ ਮੂੰਹ ਢੱਕ ਕੇ ਬਾਹਰ ਨਿਕਲਣਾ, ਕਿੰਨਾ ਸਾਹ ਔਖਾ ਆਉਂਦਾ, ਪਰ ਮਜਬੂਰੀ ਹੈ, ਨਹੀਂ ਤਾਂ ਫਿਰ 500 ਰੁਪਏ ਜੁਰਮਾਨਾ, ਢੱਕਣਾ ਹੀ ਰੱਖਣਾ। ਜਦੋਂ ਸਰਕਾਰ ਕਹਿੰਦੀ ਹੁਣ ਲੋੜ ਨਹੀਂ ਢੱਕਣ ਦੇ, ਫਟਾਫਟ ਲਾ ਦੇਣਗੇ ਸਨ ਲੋਕ। ਕੁਝ ਲੋਕ ਨੇ ਜਿਹੜੇ ਕਹਿੰਦੇ ਨੇ ਇਹ ਜੇ ਅਸੀਂ ਮੂੰਹ ਨੱਕ ਢੱਕ ਕੇ ਰਹੇ ਤਾਂ ਸਾਡਾ ਹੀ ਫਾਇਦਾ ਹੈ। ਜਿਹੜੇ ਸਿਆਣੇ ਨੇ ਨਾ ਉਹ ਮਜਬੂਰੀ 'ਚ ਨਹੀਂ ਢੱਕਦੇ, ਉਹਨਾਂ ਨੂੰ ਪਤਾ ਹੈ ਇੱਕ ਤਾਂ ਲਾਗ ਦੀ ਬਿਮਾਰੀ ਹੈ, ਇੱਕ ਦੂਜੇ ਨੂੰ ਕੋਈ ਨਿੱਛ ਮਾਰਤੀ, ਖੰਘ ਹੋ ਗਈ, ਖੰਘ ਤਾਂ ਉਹਦੀ ਸਾਹ ਸਾਡੇ ਤੱਕ ਪਹੁੰਚ ਗਿਆ, ਸਾਨੂੰ ਇਹ ਬਿਮਾਰੀ ਹੋ ਸਕਦੀ ਹੈ। ਉਸ ਤੋਂ ਬਚਾਅ ਲਈ ਇਹ ਜਿਹੜੇ ਨੇ ਮਾਸਕ ਬਣਾਏ ਗਏ ਹਨ। ਜਦੋਂ ਬਿਮਾਰੀ ਹਟ ਜਾਏਗੀ ਚਲੋ ਫਿਰ ਠੀਕ ਹੈ, ਫਿਰ ਕੋਈ ਗੱਲ ਨਹੀਂ ਹੁੰਦੀ ਹੈ। ਕਈਆਂ ਚੀਜ਼ਾਂ ਸਾਡਾ ਆਪਣਾ ਹੀ ਫਾਇਦਾ ਹੈ। ਸੋ ਕਬੀਰ ਸਾਹਿਬ ਕਹਿੰਦੇ ਕਬੀਰ ਜਗ ਕਾਜਲ ਕੀ ਕੋਠਰੀ, ਅੰਧ ਪਰੇ ਤਿਸ ਮਾਹੀ, ਹੋਂ ਬਲਿਹਾਰੀ ਤਿਨ ਕੋ ਪੈਸ ਜੋ ਨੀਕਸ ਜਾਹੇ। ਕਬੀਰ ਸਾਹਿਬ ਕਹਿੰਦੇ ਇਹ ਸੰਸਾਰ ਕਾਜਲ ਹੁੰਦਾ, ਕੱਜਲ ਸੁਰਮਾ ਪਾਉਂਦੇ ਅੱਖਾਂ 'ਚ, ਕਾਲਾ ਹੁੰਦਾ ਨਾ, ਕੋਠਰੀ ਮਨੇ ਕੋਠੀ। ਇਹ ਸੰਸਾਰ ਤੇ ਕਾਲਖ ਦੀ ਕੋਠੜੀ ਹੈ। ਜਿਵੇਂ ਤੁਸੀਂ ਕਾਲੇ ਮਕਾਨ ਦੇ ਵਿੱਚ ਅੰਦਰ ਵੜ ਜਾਓ ਤਾਂ ਕਾਲਖ ਜ਼ਰੂਰ ਲੱਗੇਗੀ। ਕਹਾਵਤ ਹੈ ਪੰਜਾਬੀ ਦੀ, ਕੋਲਿਆਂ ਦੀ ਦਲਾਲੀ 'ਚ ਮੂੰਹ ਕਾਲਾ। ਜਿਹੜਾ ਕੋਲਿਆਂ ਦਾ ਕੰਮ ਕਰਦਾ ਉਹਦੇ ਹੱਥਾਂ ਨੂੰ ਕੋਲੇ ਕਾਲਖ ਲੱਗ ਜਾਏਗੀ, ਉਹ ਕਦੇ ਮੂੰਹ 'ਤੇ ਫੇਰੇ ਕੇ ਮੂੰਹ 'ਤੇ ਲੱਗ ਜਾਏਗੀ। ਕਦੇ ਵੀ ਨੋਟ ਕਰ ਲਿਓ ਤੁਸੀਂ, ਜਿਹੋ ਜਿਹਾ ਆਪਾਂ ਕੰਮ ਕਰਾਂਗੇ ਉਹਦੇ ਅਨੁਸਾਰ ਹੋ ਜਾਏਗਾ। ਇਹ ਸੰਸਾਰ ਕਹਿੰਦੇ ਕਾਲਖ ਦੀ ਕੋਠੜੀ ਹੈ। ਅੰਧ ਪਰੇ ਤਿਸ ਮਾਹੇ, ਅੰਧ ਅੰਨੇ ਭਾਵ ਅਗਿਆਨੀ, ਅਗਿਆਨੀ ਇਸ ਕਾਲਖ ਦੀ ਕੋਠੜੀ 'ਚ ਵੜ ਗਏ ਨੇ। ਹੋਂ ਬਲਿਹਾਰੀ ਤਿਨ ਕੋ, ਪਰ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਜਿਹੜੇ ਕਾਲੀ ਕੋਠੜੀ ਦਾ ਵੜ ਗਏ, ਕਾਲਖ ਦੀ ਕੋਠੜੀ ਦਾ ਵੜ ਗਏ। ਪੈਸ ਜੋ ਨੀਕਸ ਜਾਹੇ, ਜਿਹੜੇ ਵੜ ਕੇ ਸਹੀ ਸਲਾਮਤ ਬਾਹਰ ਨਿਕਲ ਗਏ, ਭਾਵ ਕਾਲਖ ਨਹੀਂ ਲੱਗਣ ਦਿੱਤੀ। ਇਹ ਸੰਸਾਰ 'ਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਕਾਲਖ ਹੈ। ਜਿਹੜਾ ਇਹਨਾਂ ਪੰਜਾਂ ਤੋਂ ਬਚ ਗਿਆ ਨਾ, ਇਹਦਾ ਮਤਲਬ ਹੈ ਉਹ ਮਹਾਨ ਵਿਅਕਤੀ ਆ। ਉਹ ਸੰਸਾਰ 'ਚ ਇਹਨਾਂ ਪੰਜਾਂ ਚੀਜ਼ਾਂ ਦਾ ਬੜਾ ਬੋਲਬਾਲਾ ਹੈ। ਇਹ ਸੰਸਾਰ ਕਾਲਖ ਦੀ ਕੋਠੜੀ ਹੈ। ਅਗਿਆਨੀ ਜੇ ਵੜ ਗਿਆ ਤਾਂ ਕਾਲਖ ਲਵਾ ਲਏਗਾ, ਅਤੇ ਜੇ ਕੋਈ ਸਿਆਣਾ ਵੜ ਗਿਆ ਹੈ ਤਾਂ ਆਪਣੇ ਆਪ ਨੂੰ ਕਾਲਖ ਤੋਂ ਬਚਾ ਕੇ ਰੱਖੇਗਾ। ਕਹਿੰਦੇ ਮਹਾਨ ਤੇ ਉਹੀ ਹੈ, ਪੈਸ ਜੋ ਨੀਕਸ ਜਾਹੇ, ਜਿਹੜੇ ਵੜ ਕੇ ਸਹੀ ਸਲਾਮਤ ਬਾਹਰ ਨਿਕਲ ਗਏ, ਆਪਣੇ ਆਪ ਨੂੰ ਇਹ ਕਾਲਖ ਨਹੀਂ ਲੱਗਣ ਦਿੱਤੀ, ਆਪਣੇ ਆਪ ਨੂੰ ਕੋਈ ਦਾਗ ਨਹੀਂ ਲੱਗਣ ਦਿੱਤਾ। ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।